ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਨ ਇੱਛਾ ਦਾਨ ਕਰਣੰ ਸਰਬਤਰ ਆਸਾ ਪੂਰਨ ਹੈ। ਖੰਡਨੰ ਕਾਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਮਨ ਇੱਛਾ ਦਾਨ ਕਰਣੰ ਸਰਬਤਰ ਆਸਾ ਪੂਰਨ ਹੈ। ਖੰਡਨੰ ਕਾਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਣ ਹੈ। ਹਬ ਰੰਗ ਮਾਣਹਿ ਜਿਸ ਸੰਗ ਤੈ ਸਿਉ ਲਾਈਐ ਨੇਹੋ। ਸੋ ਸਹੁ ਬਿੰਦ ਨਾ ਵਿਸਰਾਓ ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ ਜਿਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ। ਗ੍ਰਹਿ ਮੰਦਰ ਰਥ ਆਸ ਦੀਏ ਰਾਚ ਭਲੇ ਸੰਜੋਗ। ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਮੋ ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ ਰਾਜਾਨ ਰਾਜ ਸਤਿਗੁਰੂ ਭਾਨਾਨ ਭਾਨ ਸਤਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਪ ਸਮੁੱਚੀ ਸੰਗਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਗੁਰੂ ਬਖਸ਼ਿਸ਼ ਦੇ ਪਾਤਰ ਬਣ ਰਹੇ ਹੋ। ਇਸ ਪਾਵਨ ਪਵਿੱਤਰ ਅਸਥਾਨ ਦੀ ਨਿਤਾ ਪ੍ਰਤ ਮਰਿਆਦਾ ਅਨੁਸਾਰ ਕਿ ਸੋਢੀ ਸੁਲਤਾਨ ਗੁਰੂ ਗਰੀਬ ਨਿਵਾਜ ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤਿਨਾਂ ਦੇ ਪਾਵਨ ਪਵਿੱਤਰ ਪਾਤਸ਼ਾਹੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਸਮੁੱਚੇ ਜਗਤ ਨੂੰ ਪਾਵਨ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤੇ, ਤਿਸ ਦੀ ਵਿਚਾਰ ਵਾਸਤੇ ਸਮਾਂ ਪ੍ਰਾਪਤ ਹੁੰਦਾ ਹੈ। ਆਓ ਸਮੇਂ ਨੂੰ ਸਫਲਾ ਕਰੀਏ, ਮਨੇ ਬਿਰਤੀਆਂ ਇਕਾਗਰ ਚਿਤ ਕਰੀਏ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਹਜ਼ੂਰੀ, ਉਹਨਾਂ ਦੀ ਮੌਜੂਦਗੀ ਮਹਿਸੂਸ ਕਰਦੇ ਹੋਏ ਦੋਵੇਂ ਹੱਥ ਜੋੜ ਕਰਕੇ ਸਾਹਿਬਾਂ ਨੂੰ ਸੀਸ ਝੁਕਾਓ ਤੇ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਨ ਇੱਛਾ ਦਾਨ ਕਰਣੰ
ਸਰਬੱਤਰ ਆਸਾ ਪੂਰਨ ਹੈ। ਅੱਜ ਦੇ ਪਾਵਨ ਪਵਿੱਤਰ ਮੁਖਵਾਕ ਪੰਚਮ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਤੇ ਪੌੜੀ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਜਿੱਥੇ ਵਡਿਆਈ ਦੱਸਦੇ ਆ, ਉੱਥੇ ਸੱਚੇ ਪਾਤਸ਼ਾਹ ਸਾਨੂੰ ਵੀ ਇੱਕ ਗੱਲ ਦਾ ਗਿਆਨ ਕਰਾਉਂਦੇ ਨੇ, ਭਾਈ ਕਿ ਤੈਨੂੰ ਸੰਤੋਖ ਦੀ ਪ੍ਰਾਪਤੀ ਕਿੱਥੋਂ ਹੋਵੇਗੀ, ਤੈਨੂੰ ਸੁੱਖ ਦੀ ਪ੍ਰਾਪਤੀ ਕਿੱਥੋਂ ਹੋਵੇਗੀ। ਤੇ ਦੂਸਰਾ ਜੋ ਸਾਡੇ ਜੀਵਨ ਦਾ ਮਕਸਦ ਹੈ, ਜੀਵਨ ਦਾ ਨਿਸ਼ਾਨਾ ਹੈ ਕਿ ਆਪਣੇ ਮੂਲ ਨੂੰ ਪਹਿਚਾਨਣਾ। ਮੂਲ ਦੀ ਪਹਿਚਾਣ ਕਰਾਉਣ ਵਾਸਤੇ ਵੀ ਸਤਿਗੁਰੂ ਇਸ ਪੌੜੀ ਦੇ ਅੰਦਰ ਸ਼ਬਦ ਬਖਸ਼ਿਸ਼ ਕਰਦੇ ਆ। ਸ਼ਲੋਕ ਦੀ ਪਹਿਲੀ ਪੰਕਤੀ ਦੇ ਵਿੱਚ ਮਹਾਰਾਜ ਬਚਨ ਕਰਦੇ ਨੇ, ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਹੈ। ਜਨਮ ਤੋਂ ਹੀ ਜਦੋਂ ਜੀਵਨ ਦੀ ਸ਼ੁਰੂਆਤ ਹੁੰਦੀ ਹੈ ਤੇ ਇੱਕ ਛੋਟੇ ਜਿਹੇ ਬੱਚੇ ਦੇ ਅੰਦਰ ਵੀ ਇੱਛਾ ਦਾ ਜਨਮ ਹੋ ਜਾਂਦਾ ਹੈ। ਉਹ ਇੱਛਾ ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ। ਇੱਛਾ ਭਾਵੇਂ ਮਾਂ ਦਾ ਦੁੱਧ ਚੁੰਗਣ ਦੀ ਹੋਵੇ, ਇੱਛਾ ਭਾਵੇਂ ਆਪਣੇ ਘਰ ਦੇ ਵਿੱਚ ਖਿਡੌਣੇ ਲਿਆ ਕੇ ਖਿਡੌਣਿਆਂ ਨਾਲ ਖੇਡਣ ਦੀ ਹੋਵੇ, ਇੱਛਾ ਮਾਂ ਪਿਓ ਦੀ ਗੋਦ ਵਿੱਚ ਬਹਿਣ ਦੀ ਹੋਵੇ, ਇੱਛਾ ਬਾਹਰ ਘੁੰਮਣ ਦੀ ਹੋਵੇ। ਜਿਉਂ-ਜਿਉਂ ਇਨਸਾਨ ਦੀ ਉਮਰ ਵੱਧਦੀ ਹੈ ਤਿਉਂ-ਤਿਉਂ ਇਨਸਾਨ ਦੀਆਂ ਇੱਛਾਵਾਂ ਵੀ ਵੱਧਦੀਆਂ ਰਹਿੰਦੀਆਂ। ਜਦੋਂ ਬੱਚਾ ਸੀ ਇੱਛਾ ਕੇਵਲ ਤੇ ਕੇਵਲ ਮਾਂ ਦੀ ਗੋਦ ਤੇ ਮਾਂ ਦਾ ਦੁੱਧ ਚੁੰਗਣ ਦੀ ਸੀ, ਪਰ ਜਿਉਂ-ਜਿਉਂ ਵੱਡਾ ਹੋਈ ਜਾ ਰਿਹਾ ਤਿਉਂ-ਤਿਉਂ ਸੰਸਾਰ ਦੇ ਸਾਰੇ ਰਸ ਸਾਰੇ ਭੋਗ ਚੁੰਗਣ ਦੀ ਹੋ ਚੁੱਕੀ ਹੈ। ਹੁਣ ਚਾਹੁੰਦਾ ਵੀ ਸਾਰੇ ਸੰਸਾਰ ਦੀ ਦੌਲਤ, ਸਾਰੇ ਸੰਸਾਰ ਦੇ ਰਸ, ਸਾਰੇ ਸੰਸਾਰ ਦੇ ਭੋਗ ਮੈਨੂੰ ਪ੍ਰਾਪਤ ਹੋ ਜਾਣ। ਇੱਛਾਵਾਂ ਜਿਵੇਂ ਜਿਵੇਂ ਬੰਦੇ ਦੀਆਂ ਵੱਧਦੀਆਂ ਨੇ, ਬੰਦਾ ਤਿਉਂ-ਤਿਉਂ ਫਿਰ ਦੁਖੀ ਹੁੰਦਾ ਹੈ। ਤੇ ਜਦੋਂ ਦੁਖੀ ਹੁੰਦਾ ਉਦੋਂ ਫਿਰ ਇਨਸਾਨ ਦੇ ਅੰਦਰ ਭਟਕਣਾ ਲੱਗਦੀ ਹੈ। ਸਮਾਜ ਦੇ ਅੰਦਰ, ਸੰਸਾਰ ਦੇ ਅੰਦਰ ਧਰਮ ਦੇ ਨਾਮ ਤੇ ਜਦੋਂ ਪਖੰਡ ਫੈਲਦਾ, ਤੇ ਪਖੰਡ ਇਸ ਕਰਕੇ ਨਹੀਂ ਫੈਲਦਾ ਵੀ ਪਖੰਡੀ ਲੋਕਾਂ ਨੂੰ ਗਿਆਨ ਬਹੁਤ ਹੈ। ਪਖੰਡੀ ਲੋਕਾਂ ਨੂੰ ਗਿਆਨ ਕੋਈ ਨਹੀਂ ਹੁੰਦਾ, ਬਲਕਿ ਇਸ ਕਰਕੇ ਪਖੰਡ ਫੈਲਦਾ ਵੀ ਪਖੰਡੀ ਲੋਕਾਂ ਦੇ ਬੂਹੇ ਤੇ ਜਿਹੜੇ ਜਾਂਦੇ ਆ ਉਹ ਅਗਿਆਨੀ ਹੋ ਚੁੱਕੇ ਨੇ। ਉਹਨਾਂ ਨੂੰ ਗਿਆਨ ਨਹੀਂ ਕਿ ਸਾਡੀ ਇੱਛਾ ਕਿੱਥੋਂ ਪੂਰੀ ਹੋਵੇਗੀ। ਦੂਸਰਾ, ਇਨਸਾਨ ਦੀਆਂ ਇੱਛਾਵਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ, ਫਿਰ ਇਨਸਾਨ ਹਰ ਇੱਕ ਦਾ ਬੂਹਾ ਖੜਕਾਉਂਦਾ ਵੀ ਮੇਰੀ ਇੱਛਾਵਾਂ ਕਿਤੇ ਤੇ ਪੂਰੀਆਂ ਹੋਣ, ਪਰ ਇੱਛਾਵਾਂ ਤਾਂ ਉਮਰ ਨਹੀਂ ਪੂਰੀਆਂ ਹੋ ਸਕਦੀਆਂ। ਪੂਰੀਆਂ ਕੇਵਲ ਤੇ ਕੇਵਲ ਵਾਹਿਗੁਰੂ ਦੇ ਨਾਮ ਨੇ, ਪ੍ਰਮਾਤਮਾ ਦੇ ਨਾਮ ਨੇ ਕਰਨੀ ਹੈ। ਮਹਾਰਾਜ ਕਹਿੰਦੇ ਨੇ ਇਨਸਾਨ ਦੇ ਮਨ ਦੀ ਜਿਹੜੀ ਵੀ ਇੱਛਾ ਹੈ, ਉਸ ਇੱਛਾ ਦੇ ਮੁਤਾਬਕ ਜੋ ਦਾਨ ਕਰਨ ਦੇ ਸਮਰੱਥ ਹੈ, ਕੌਣ ਹੈ? ਉਹ ਹੈ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ। ਸਰਬੱਤਰ ਆਸਾ ਪੂਰਨ ਹੈ, ਤੇ ਉਹ ਅੰਦਰ ਦੀ ਆਸ ਪੂਰੀ ਕਰਨੀ ਜਾਣਦਾ। ਪਰ ਬੇਨਤੀ ਹੈ ਕਿ ਜਦੋਂ ਮਹਾਰਾਜ ਇਹ ਬਚਨ ਕਰਦੇ ਨਾ ਵੀ ਪ੍ਰਮਾਤਮਾ ਮਨ ਦੀਆਂ ਇੱਛਾਵਾਂ ਪੂਰੀਆਂ ਕਰਦਾ, ਤੇ ਜੋ ਸਾਡੀਆਂ ਮਨ ਦੀਆਂ ਇੱਛਾਵਾਂ ਨੇ ਸਾਡੇ ਮਨ ਵਿੱਚ ਨਾਲ ਦੀ ਨਾਲ ਫਿਰ ਉਹੀ ਚੱਲਣ ਲੱਗ ਜਾਂਦੀਆਂ ਨੇ। ਠੀਕ ਹੈ, ਗੁਰੂ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ। ਗੁਰੂ ਕੋਲੋਂ ਸੰਸਾਰਕ ਸੁੱਖ ਮੰਗੋ, ਸੰਸਾਰਕ ਸੁੱਖ ਮਿਲੇਗਾ। ਗੁਰੂ ਕੋਲੋਂ ਜਿਨ੍ਹਾਂ ਨੇ ਅਧਿਆਤਮਕ ਸੁੱਖ ਮੰਗਿਆ, ਉਹਨਾਂ ਨੂੰ ਅਧਿਆਤਮਕ ਸੁੱਖ ਵੀ ਮਿਲਿਆ। ਪਰ ਇਹ ਵੀ ਗੱਲ ਸੱਚੀ ਹੈ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲੈ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੱਕ ਦਾ ਜੇ ਇਤਿਹਾਸ ਵਾਚਦੇ ਹਾਂ, ਤੇ ਬਹੁਤਾਤ ਵਿੱਚ ਸਿੱਖਾਂ ਨੇ ਗੁਰੂ ਦੇ ਕੋਲੋਂ ਨਾਮ ਦਾ ਸੁੱਖ ਹੀ ਮੰਗਿਆ, ਸੰਸਾਰਕ ਸੁੱਖ ਨਹੀਂ ਮੰਗਿਆ। ਜੇ ਸੰਸਾਰਕ ਸੁੱਖ ਮੰਗਿਆ ਹੁੰਦਾ ਤੇ ਭਾਈ ਮਤੀ ਦਾਸ ਜੀ ਕਦੇ ਵੀ ਆਪਣੇ ਤਨ ਦੇ 2 ਟੁਕੜੇ ਆਰਾ ਚਰਵਾ ਕੇ ਨਾ ਕਰਦੇ। ਜੇ ਸੰਸਾਰਕ ਸੁੱਖ ਮੰਗਿਆ ਹੁੰਦਾ, ਭਾਈ ਦਿਆਲਾ ਰੂਹ ਵਿੱਚ ਲਪੇਟਿਆ ਗਿਆ ਤੇ ਅੱਗ ਦੇ ਨਾਲ ਜਿਉਂਦੇ ਨੂੰ ਸਾੜ ਦਿੱਤਾ, ਸ਼ਹੀਦੀ ਦੇ ਦਿੱਤੀ, ਕਿਉਂਕਿ ਨਾਮ ਦਾ ਸੁੱਖ ਮੰਗਿਆ ਸੀ, ਸੰਸਾਰਕ ਸੁੱਖ ਨਹੀਂ ਸੀ ਮੰਗਿਆ। ਖਾਲਸਾ ਜੀ
ਸਾਡੇ ਮਨ ਦੇ ਵਿੱਚ ਉਹੀ ਸੁੱਖ, ਉਹੀ ਮਨ ਦੀਆਂ ਇੱਛਾਵਾਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ ਜੋ ਇੱਛਾਵਾਂ ਆਪਾਂ ਘਰ ਤੋਂ ਲੈ ਕੇ ਆਉਂਦੇ ਹਾਂ। ਇੱਕ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦਾ ਨਿਤਨੇਮ ਸਾਰੀ ਸੰਗਤ ਰੋਜ਼ਾਨਾ ਕਰਦੀ ਹੈ, ਚੌਪਈ ਸਾਹਿਬ, ਜਿਹਨੂੰ ਸਾਰੇ ਚੌਪਈ ਸਾਹਿਬ ਕਹਿੰਦੇ। ਵੈਸੇ ਉਸ ਬਾਣੀ ਦਾ ਨਾਮ ਚੌਪਈ ਸਾਹਿਬ ਹੈ ਨਹੀਂ, ਉਸ ਬਾਣੀ ਦਾ ਨਾਮ ਹੈ ਕਬਿਓ ਬਾਚ ਬੇਨਤੀ। ਚੌਪਈ ਛੰਦ ਦਾ ਨਾਮ ਹੈ। ਚੌਪਈ ਦਸਮ ਗ੍ਰੰਥ ਸਾਹਿਬ ਦੇ ਅੰਦਰ ਬਹੁਤਾਤ ਥਾਵਾਂ ਤੇ ਮਿਲ ਜਾਵੇਗੀ, ਉਹ ਛੰਦ ਹੈ, ਪਰ ਬਾਣੀ ਦਾ ਨਾਮ ਹੈ ਕਬਿਓ ਬਾਚ ਬੇਨਤੀ। ਉਹਦੇ ਵਿੱਚ ਮਹਾਰਾਜ ਸ਼ਬਦ ਵਰਤਦੇ ਨੇ, ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ। ਤੇ ਜਦੋਂ ਸੰਗਤ ਜਾਂ ਸਿੱਖ ਕੋਈ ਵੀ ਬਾਣੀ ਦੀ ਇਹ ਪੰਕਤੀ ਪੜ੍ਹਦਾ ਨਾ, ਪੂਰਨ ਹੋਏ ਚਿੱਤ ਕੀ ਇੱਛਾ, ਅੱਧਿਆਂ ਦੇ ਮਨ ਦੇ ਵਿੱਚ ਵੀਜ਼ੇ ਆ ਜਾਂਦੇ ਨੇ, ਅੱਧਿਆਂ ਦੇ ਮਨ ਵਿੱਚ PR ਆ ਜਾਂਦੀ ਹੈ, ਅੱਧਿਆਂ ਦੇ ਮਨ ਵਿੱਚ ਫੋਨ ਆ ਜਾਂਦੇ ਆ, ਗੱਡੀਆਂ ਆ ਜਾਂਦੀਆਂ, ਕੋਠੀਆਂ ਆ ਜਾਂਦੀਆਂ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਛੀਏ ਵੀ ਪਾਤਸ਼ਾਹ ਪੂਰਨ ਹੋਏ ਚਿੱਤ ਕੀ ਇੱਛਾ ਕਿਹੜੀ ਹੈ ਚਿੱਤ ਦੀ ਇੱਛਾ? ਤੇ ਕਲਗੀਧਰ ਸਵਾਮੀ ਕਹਿੰਦੇ, ਸਿੱਖਾ ਮੇਰੇ ਚਿੱਤ ਦੀ ਇੱਛਾ ਹੈ ਤਬ ਚਰਨਨ ਮਨ ਰਹਿ ਹਮਾਰਾ। ਮੇਰੇ ਕੋਲ ਭਾਵੇਂ ਆਨੰਦਪੁਰ ਦੇ ਮਹਿਲ ਨਾ ਹੋਣ, ਮੇਰੇ ਕੋਲ ਭਾਵੇਂ ਪ੍ਰਸਾਦੀ ਹਾਥੀ ਨਾ ਹੋਵੇ, ਮੇਰੇ ਕੋਲ ਭਾਵੇਂ ਚੰਦਨ ਦੀ ਚੌਂਕੀ ਨਾ ਹੋਵੇ, ਚਾਂਦੀ ਦੀ ਚੌਂਕੀ ਨਾ ਹੋਵੇ, ਮੇਰੇ ਕੋਲ ਭਾਵੇਂ ਮੇਰੀਆਂ ਸਿੱਖ ਫੌਜਾਂ ਵੀ ਨਾ ਹੋਣ, ਮੈਂ ਭਾਵੇਂ ਕੰਡਿਆਂ ਦੀ ਸੇਜ ਤੇ ਵੀ ਸੁੱਤਾ ਹੋਵਾਂ, ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦ ਓ ਐਸ਼ ਅਰਸ਼। ਗੁਰੂ ਗੋਬਿੰਦ ਸਿੰਘ ਕਹਿੰਦੇ, ਮੈਂ ਪ੍ਰਮਾਤਮਾ ਅੱਗੇ ਚਿੱਤ ਦੀ ਇੱਛਾ ਰੱਖੀ ਹੈ ਕਿ ਪ੍ਰਮਾਤਮਾ ਮੈਂ ਭਾਵੇਂ ਕੰਡਿਆਂ ਦੀ ਸੇਜ ਤੇ ਵੀ ਲੇਟ ਜਾਵਾਂ, ਪਰ ਆਪਣੇ ਚਰਨਾਂ ਤੋਂ ਕਦੇ ਦੂਰ ਨਾ ਕਰੀ। ਇਹ ਸਿੱਖ ਦੇ ਚਿੱਤ ਦੀ ਇੱਛਾ ਹੋਣੀ ਚਾਹੀਦੀ ਹੈ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੁਨੀਆ ਵਿੱਚ ਕਿਤੇ ਵੀ ਹੋਈਏ, ਵੱਡੇ ਤੋਂ ਵੱਡੇ ਅਹੁਦੇ ਤੇ ਬੈਠੇ ਹੋਈਏ, ਆਪਣੇ ਘਰ ਦੇ ਵਿੱਚ ਮਖਮਲ ਸੇਜਾ ਤੇ ਬੈਠੇ ਹੋਈਏ, ਪਰ ਗੁਰੂ ਰਾਮਦਾਸ ਸਾਡੇ ਤੇ ਕਿਰਪਾ ਕਰਿਓ, ਅਸੀਂ ਤੇਰੇ ਤੋਂ ਕਦੇ ਦੂਰ ਨਾ ਹੋਈਏ। ਕਿਉਂ? ਆਖਾਂ ਜੀਵਾਂ ਵਿਸਰੈ ਮਰ ਜਾਓ, ਜੇ ਤੂੰ ਸਾਨੂੰ ਭੁਲਾ ਦਿੱਤਾ ਅਸੀਂ ਮਰ ਜਾਵਾਂਗੇ। ਇਸੇ ਕਰਕੇ ਭਗਤ ਨਾਮਦੇਵ ਜੀ ਨੇ ਕਿਹਾ ਸੀ, ਮੇਰੇ ਮਨ ਦੀ ਇੱਛਾ ਕੀ ਹੈ? ਮੇਰੇ ਮਨ ਦੀ ਇੱਛਾ ਹੈ ਮੌਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਭਾਵੇਂ ਪ੍ਰਮਾਤਮਾ ਤੇਰੇ ਮੰਦਰ ਦੇ ਵਿੱਚੋਂ ਧੱਕੇ ਪਏ ਆ, ਪਰ ਮੈਂ ਫਿਰ ਵੀ ਤੇਰਾ ਘਰ ਦਾ ਬੂਹਾ ਛੱਡ ਕੇ ਕਿਤੇ ਜਾਣਾ ਨਹੀਂ ਚਾਹੁੰਦਾ। ਠੀਕ ਹੈ, ਮੌਕੇ ਦੇ ਪੁਜਾਰੀਆਂ ਨੇ ਭਾਵੇਂ ਧੱਕੇ ਮਾਰ ਦਿੱਤੇ ਆ, ਪਰ ਪ੍ਰਮਾਤਮਾ ਤੂੰ ਧੱਕਾ ਨਾ ਮਾਰੀ। ਇਹ ਹੈ ਮਨ ਦੀ ਇੱਛਾ। ਤੇ ਸਤਿਗੁਰੂ ਕਹਿੰਦੇ, ਭਾਈ ਤੂੰ ਵੀ ਇਹੀ ਮਨ ਦੀ ਇੱਛਾ ਰੱਖੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਵੀ ਮਨ ਦੀ ਇੱਛਾ ਹੁੰਦੀ ਹੈ ਪ੍ਰਮਾਤਮਾ ਪੂਰੀ ਕਰਦਾ ਹੈ। ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ। ਆਸ ਮਨ ਦੀ ਪ੍ਰਮਾਤਮਾ ਪੂਰੀ ਕਰਦਾ ਹੈ। ਸੰਸਾਰ ਤੋਂ ਕਦੇ ਵੀ ਇਨਸਾਨ ਦੀ ਆਸ ਪੂਰੀ ਨਹੀਂ ਹੁੰਦੀ, ਬਲਕਿ ਜੇ ਸੰਸਾਰ ਤੇ ਆਸ ਟਿਕਾਓਗੇ ਤੇ ਦੁਖੀ ਹੋਵੋਗੇ। ਇਸ ਲਈ ਗੁਰਬਾਣੀ ਨੇ ਕਿਹਾ, ਧਰ ਜੀਅਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ। ਬਗਾਨੇ ਦੀ ਆਸ ਛੱਡ ਤੇ ਗੁਰੂ ਨਾਨਕ ਦੇ ਘਰ ਦੇ ਆਸ ਟਿਕਾ। ਤੇ ਗੁਰੂ ਨਾਨਕ ਦੇ ਘਰ ਦੀ ਆਸ ਕਿਵੇਂ ਟਿਕਾਉਣੀ ਹੈ? ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ। ਕੋਈ ਨਾ ਕੋਈ ਕਾਰਜ ਹਰ ਇੱਕ ਬੰਦੇ ਨੇ ਵਿੱਢਿਆ ਤੇ ਉਸੇ ਕਾਰਜ ਦੀ ਸਫਲਤਾ ਵਾਸਤੇ ਥਾਂ ਥਾਂ ਤੇ ਭਟਕਦਾ, ਥਾਂ ਥਾਂ ਤੇ ਅਰਦਾਸਾਂ ਕਰਦਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਤੂੰ ਆਪਣੇ ਘਰ ਵਿੱਚ ਚੌਂਕੜਾ ਲਾ ਕੇ ਨਿਤਨੇਮ ਕਰ, ਜਪਜੀ ਸਾਹਿਬ ਕਰ, ਜਾਪ ਸਾਹਿਬ ਕਰ, ਵਾਹਿਗੁਰੂ ਦਾ ਸਿਮਰਨ ਕਰ। ਭਾਵੇਂ ਸਾਰੀ ਦੁਨੀਆ ਤੇਰੇ ਕੰਮ ਵਿਗਾੜਨ ਆ ਜਾਵੇ, ਤੂੰ ਵਾਹਿਗੁਰੂ ਸ਼ਬਦ ਦਾ ਪੱਲਾ ਫੜ ਲੈ, ਤੇਰਾ ਕੰਮ ਕੋਈ ਵੀ ਨਹੀਂ ਵਿਗਾੜ ਸਕਦਾ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਇਸ ਲਈ ਨਾਮ ਦੀ ਟੇਕ ਟਿਕਾ। ਹਰ ਇੱਕ ਤਰ੍ਹਾਂ ਦੀ ਇੱਛਾ, ਹਰ ਇੱਕ ਤਰ੍ਹਾਂ ਦੀ ਆਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪੂਰੀ ਕਰਦਾ ਹੈ। ਖੰਡਨੰ ਕਾਲ ਕਲੇਸ਼ਹਿ ਪ੍ਰਭ ਸਿਮਰ ਨਾਨਕ ਨਹਿ ਦੂਰਨਹਿ। ਤੇ ਜੋ ਸਾਡੇ ਅੰਦਰ ਦੇ ਵਿੱਚ ਇੱਕ ਝਗੜਾ ਚੱਲ ਰਿਹਾ, ਕਲੇਸ਼ ਚੱਲ ਰਿਹਾ ਹੈ, ਖੰਡਨੰ ਕਲ ਕਲੇਸ਼ ਹੈ। ਖੰਡਨੰ ਦਾ ਭਾਵ ਖਤਮ ਕਰ ਦੇਣਾ, ਖੰਡਨ ਕਰ ਦੇਣਾ। ਕਲ ਕਲੇਸ਼ ਹੈ, ਕਲਯੁਗ ਦਾ ਹੀ ਕਲੇਸ਼ ਹੈ ਅੰਦਰ। ਇਹ ਜਿਹੜੇ ਵਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ,
ਇਹ ਅੰਦਰ ਕੋਈ ਨਾ ਕੋਈ ਕਲੇਸ਼ ਪੈਦਾ ਕਰੀ ਰੱਖਦੇ ਆ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਨੈਨੂ ਨਕਟੂ ਸਰਵਨੂ ਰਸਪਤ ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋਏ ਗਾਉ। ਮਹਾਰਾਜ ਸੱਚੇ ਪਾਤਸ਼ਾਹ ਵੀ ਇਹੀ ਕਹਿੰਦੇ ਨੇ ਵੀ ਅੰਦਰ ਹਮੇਸ਼ਾ ਇੱਕ ਕਲੇਸ਼, ਇੱਕ ਝਗੜਾ ਚੱਲਦਾ ਹੈ ਬੰਦੇ ਦੇ। ਝਗੜਾ ਵੇਖੋ ਕਈ ਤਰ੍ਹਾਂ ਦਾ ਨਾ। ਕਈ ਵਾਰ ਕੋਈ ਜਾਣਕਾਰ ਸੱਜਣ ਕੋਈ ਮਾਇਆ ਦੇ ਜਾਵੇ, ਕੀਮਤੀ ਚੀਜ਼ ਦੇ ਜਾਵੇ, ਵੀ ਇਹਦੀ ਨਿਗਰਾਨੀ ਰੱਖੀ, ਤੇ ਪਤਾ ਲੱਗ ਜਾਵੇ ਵੀ ਇਹ ਤਾਂ ਬਹੁਤ ਕੀਮਤੀ ਹੈ ਤੇ ਮੇਰੀ ਲੋੜ ਪੂਰੀ ਕਰ ਸਕਦੀ ਹੈ, ਫਿਰ ਅੰਦਰ ਲੋਭ ਝਗੜਾ ਪੈਦਾ ਕਰ ਦਿੰਦਾ। ਲੋਭ ਕਹਿੰਦਾ ਵੀ ਮਨ ਬੇਈਮਾਨੀ ਕਰ, ਮਨਾ ਬੇਈਮਾਨੀ ਕਰਕੇ ਆਪਣੀ ਲੋੜ ਪੂਰੀ ਕਰ। ਤੇ ਫਿਰ ਇੱਕ ਪਰਮਾਤਮਾ ਦੀ ਆਵਾਜ਼ ਆਉਂਦੀ ਹੈ। ਪਰਮਾਤਮਾ ਦੀ ਆਵਾਜ਼ ਦੱਸਦੀ ਹੈ ਵੀ ਲੋੜ ਤਾਂ ਤੇਰੀ ਦੁਬਾਰਾ ਵੀ ਪੂਰੀ ਹੋ ਜਾਵੇਗੀ, ਜੇ ਤੂੰ ਭਰੋਸਾ ਤੋੜ ਦਿੱਤਾ ਭਰੋਸਾ ਦੁਬਾਰਾ ਨਹੀਂ ਵੱਜਣਾ। ਇਸ ਲਈ ਬੇਈਮਾਨ ਨਾ ਹੋ, ਜੋ ਤੈਨੂੰ ਜ਼ਿੰਮੇਵਾਰੀ ਲਗਾਈ ਗਈ ਹੈ ਉਸ ਜ਼ਿੰਮੇਵਾਰੀ ਨੂੰ ਨਿਭਾ। ਇਸੇ ਤਰ੍ਹਾਂ ਕਲਯੁਗ ਦੇ ਵਿੱਚ ਵਿਚਰਦੇ ਹੋਏ ਕਈ ਵਾਰ ਇਹ ਨੇਤਰ ਨੇ ਨਾ, ਨੇਤਰ ਦ੍ਰਿਸ਼ਟੀ ਹੈ, ਕਿਸੇ ਤੇ ਵੀ ਜਾ ਕੇ ਟਿਕ ਜਾਵੇ ਮਾੜਾ ਖਿਆਲ ਆ ਜਾਂਦਾ। ਜਦੋਂ ਮਨ ਵਿੱਚ ਮਾੜਾ ਖਿਆਲ ਆਉਂਦਾ ਤੇ ਦੂਸਰੇ ਪਾਸੇ ਤੋਂ ਇੱਕ ਪਰਮਾਤਮਾ ਦੀ ਆਵਾਜ਼ ਆਉਂਦੀ ਹੈ ਕਿ ਨਹੀਂ, ਤੂੰ ਥੋੜੀ ਸ਼ਰਮ ਕਰ, ਤੂੰ ਗੁਰੂ ਕਾ ਸਿੱਖ ਹੈ, ਤੂੰ ਕਿਸੇ ਵੀ ਬਗਾਨੇ ਤਨ ਨੂੰ ਵੇਖ ਕਰਕੇ ਆਪਣੀ ਨਿਗਾਹ ਨੂੰ ਮਾੜੀ ਨਾ ਕਰ। ਗੁਰੂ ਦਾ ਹੁਕਮ ਹੈ ਕਿ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਖਾਨੈ। ਕਿਸੇ ਤੇ ਮਾੜੀ ਨਿਗਾਹ ਨਹੀਂ ਰੱਖਣੀ। ਜਪਜੀ ਸਾਹਿਬ ਦੇ ਵਿੱਚ ਜਤ ਪਹਾਰਾ ਧੀਰਜ ਸੁਨਿਆਰ, ਜਤ ਸਤ ਕਾਇਮ ਰੱਖਣ ਦੀ ਸਿੱਖਿਆ ਗੁਰੂ ਨਾਨਕ ਨੇ ਦਿੱਤੀ ਹੈ। ਉਦੋਂ ਵੀ ਝਗੜਾ ਪੈਦਾ ਹੋ ਜਾਂਦਾ। ਮਹਾਰਾਜ ਕਹਿੰਦੇ ਨੇ ਸੋ ਇਸ ਤਰ੍ਹਾਂ ਜਿਹੜੇ ਕਲੇਸ਼ ਨੇ ਨਾ ਅੰਦਰ ਦੇ, ਇਹ ਕਲੇਸ਼ਾਂ ਦਾ ਖਾਤਮਾ ਅਕਾਲ ਪੁਰਖ ਵਾਹਿਗੁਰੂ ਕਰਦਾ ਹੈ। ਕਿਵੇਂ? ਜਦੋਂ ਅਸੀਂ ਉਹਨੂੰ ਸਿਮਰਦੇ ਹਾਂ। ਇੱਕ ਤਾਂ ਅੰਦਰ ਦੇ ਕਲੇਸ਼ ਨੇ, ਇੱਕ ਘਰ ਦੇ ਵੀ ਕਲੇਸ਼ ਹੁੰਦੇ ਨੇ। ਜਿਸ ਤਰ੍ਹਾਂ ਘਰ ਦੇ ਵਿੱਚ ਗਰੀਬੀ ਹੋਵੇ, ਖਾਣ ਨੂੰ ਕੁਝ ਹੋਵੇ ਨਾ, ਤੇ ਕਈ ਵਾਰ ਐਸੇ ਵੀ ਹਾਲਾਤ ਹੁੰਦੇ ਨੇ, ਕਈਆਂ ਘਰਾਂ ਵਿੱਚ ਬਹੁਤ ਖਜ਼ਾਨੇ ਭਰਪੂਰ ਹੁੰਦੇ ਆ, ਕਲੇਸ਼ ਫਿਰ ਵੀ ਜਾਣ ਨਹੀਂ ਛੱਡਦਾ। ਸੋ ਉਦੋਂ ਮੈਂ ਬੇਨਤੀ ਕਰਦਾ ਹੁੰਨਾ ਵੀ ਜੇ ਘਰ ਵਿੱਚ ਬਹੁਤਾ ਕਲੇਸ਼ ਹੋਵੇ ਨਾ, ਤੇ ਘਰ ਦੇ ਜੀਆਂ ਨੂੰ ਆਪਸ ਵਿੱਚ ਝਗੜਾ ਕਰਨ ਦੀ ਥਾਂ ਤੇ ਅੰਮ੍ਰਿਤ ਵੇਲੇ ਜਾਂ ਸ਼ਾਮ ਨੂੰ ਬੈਠ ਕਰਕੇ ਵਾਹਿਗੁਰੂ ਦਾ ਸਿਮਰਨ ਕਰ ਲੈਣਾ ਚਾਹੀਦਾ ਹੈ। ਜਦੋਂ ਪਰਿਵਾਰ ਦੇ ਜੀ ਆਪਸ ਵਿੱਚ ਬੈਠ ਕਰਕੇ ਵਾਹਿਗੁਰੂ ਦਾ ਸਿਮਰਨ ਕਰਨਗੇ, ਨਾਮ ਜਪਣਗੇ, ਤੇ ਨਾਮ ਆਪਣੀ ਤਾਕਤ ਵਰਤਾ ਕਰਕੇ ਘਰ ਦੇ ਕਲੇਸ਼ ਵੀ ਦੂਰ ਕਰ ਦੇਵੇਗਾ, ਘਰ ਦੀ ਗਰੀਬੀ ਦੂਰ ਕਰ ਦੇਵੇਗਾ, ਘਰ ਦੇ ਝਗੜੇ ਖਤਮ ਕਰ ਦੇਵੇਗਾ। ਹਬ ਰੰਗ ਮਾਣ ਜਿਸ ਸੰਗ ਤੈ ਸਿਉ ਲਾਈਐ ਨੇਹੋ। ਹਬ ਦਾ ਭਾਵ ਹੈ ਸਾਰੇ, ਸਾਰੇ ਰੰਗ ਜਿਹਦੇ ਨਾਲ ਤੂੰ ਮਾਣ ਸਕਦਾ ਉਹਦੇ ਨਾਲ ਚਿੱਤ ਲਾ। ਚਾਹੁੰਦੇ ਤੇ ਆਪਾਂ ਰੰਗ ਮਾਨਣੇ ਆ, ਤੇ ਰੰਗ ਮਾਨਣ ਵਾਸਤੇ ਦੁਨੀਆ ਨਾਲ ਚਿੱਤ ਲਾਉਨੇ ਆ। ਜਿਹੜੇ ਬੱਚੇ ਨੇ ਉਹ ਘਰ ਛੱਡ ਕੇ ਬਾਹਰ ਦੋਸਤਾਂ ਮਿੱਤਰਾਂ ਨਾਲ ਚਿੱਤ ਲਾਉਂਦੇ ਨੇ, ਤੇ ਜਿਹੜੇ ਘਰ ਵਾਲੇ ਨੇ ਉਹ ਵੀ ਕਿਤੇ ਨਾ ਕਿਤੇ ਸੱਜਣਾ ਨਾਲ ਮਿੱਤਰਾਂ ਨਾਲ ਚਿੱਤ ਲਾਉਂਦੇ ਆ, ਪਰ ਦੁਖੀ ਨੇ। ਮਹਾਰਾਜ ਕਹਿੰਦੇ ਨੇ ਚਿੱਤ ਲਾ ਕਿਹਦੇ ਨਾਲ? ਵਾਹਿਗੁਰੂ ਦੇ ਨਾਲ। ਕਿਉਂਕਿ ਜਦੋਂ ਤੂੰ ਵਾਹਿਗੁਰੂ ਨਾਲ ਚਿੱਤ ਲਾਇਆ, ਜੇ ਤੇਰੇ ਜੇਬ ਵਿੱਚ ਪੰਜੀ ਵੀ ਨਾ ਹੋਈ ਤੇ ਵਾਹਿਗੁਰੂ ਤੈਨੂੰ ਖਜ਼ਾਨਿਆਂ ਨਾਲ ਭਰਪੂਰ ਕਰ ਦੇਵੇਗਾ। ਇਹ ਵਾਹਿਗੁਰੂ ਸਿਮਰਨ ਦੀ ਤਾਕਤ ਹੈ। ਇੱਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਵਾਰਾਂ ਦੇ ਵਿੱਚ ਇੱਕ ਬੜੀ ਪਾਕ ਪਵਿੱਤਰ ਗੁਰਮੁਖ ਆਤਮਾ ਦਾ ਜ਼ਿਕਰ ਕੀਤਾ, ਜਿਨ੍ਹਾਂ ਦੀ ਬਾਣੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਸੁਭਾਏਮਾਨ ਹੈ। ਮੇਰੇ ਕਹਿਣ ਤੋਂ ਭਾਵ ਗੁਰਮੁਖ ਭਗਤ ਸ਼੍ਰੀਮਾਨ ਭਗਤ ਬੇਣੀ ਜੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਗੁਰਮੁਖ ਬੇਣੀ ਭਗਤ ਕਰ ਜਾਏ ਇਕਾਂਤ ਬਹਿ ਲਿਵ ਲਾਵੈ, ਕਰਮ ਕਰੈ ਅਧਿਆਤਮੀ ਹੋਰਸ ਇਕਸ ਨਾ ਮੂਲੋ ਸਿਧਾਵੈ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਗੁਰਮੁਖ ਭਗਤ ਬੇਣੀ ਜੀ ਹਰ ਰੋਜ਼ ਨੇਮ ਅਨੁਸਾਰ ਆਪਣੇ ਘਰ ਤੋਂ ਬਾਹਰ ਜਾ ਕੇ ਦਰਿਆ ਤੇ ਬੈਠ ਕਰਕੇ, ਦਰਿਆ ਦੇ ਕਿਨਾਰੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਕਰਦੇ ਆ, ਪਰਮਾਤਮਾ ਨੂੰ ਯਾਦ ਕਰਦੇ ਆ। ਤੇ ਕਹਿੰਦੇ ਨੇ ਜਦੋਂ ਸਿਮਰਨ ਕਰਕੇ ਨਾਮ ਜਪ ਕੇ ਘਰ ਜਾਂਦੇ ਨੇ ਵਾਪਸ, ਘਰ ਆਇਆ ਜਾਂ ਪੁੱਛੀਐ ਰਾਜ ਦੁਆਰ ਗਿਆ ਅਲਾਵੈ। ਕਹਿੰਦੇ ਜਦੋਂ ਘਰ ਆਉਂਦੇ ਨੇ, ਘਰ ਵਾਲੀ ਪੁੱਛਦੀ ਹੈ ਵੀ ਸਾਰਾ ਦਿਨ ਕਿੱਥੇ ਰਹਿੰਦੇ ਹੋ?
ਤੇ ਭਗਤ ਬੇਣੀ ਜੀ ਕਹਿੰਦੇ ਨੇ ਵੀ ਮੈਂ ਸਾਰਾ ਦਿਨ ਰਾਜ ਮਹਿਲ ਦੇ ਵਿੱਚ ਜਾ ਕਰਕੇ ਕੰਮ ਕਰਦਾ, ਰਾਜ ਮਹਿਲ ਵਿੱਚ ਜਾਣਾ। ਤੇ ਘਰ ਵਾਲੀ ਨੇ ਪੁੱਛਿਆ ਵੀ ਜੇ ਰਾਜ ਮਹਿਲ ਵਿੱਚ ਜਾਂਦੇ ਹੋ, ਘਰ ਵਿੱਚ ਤਾਂ ਦਾਣੇ ਵੀ ਨਹੀਂ, ਜਿਹੜਾ ਰਾਜ ਮਹਿਲ ਵਿੱਚ ਜਾ ਕੇ ਨੌਕਰੀ ਕਰਦਾ ਹੋਵੇ ਉਹਦੇ ਘਰ ਵਿੱਚ ਖਾਣ ਨੂੰ ਦਾਣੇ ਵੀ ਨਾ ਹੋਣ, ਇਹ ਗੱਲ ਤੇ ਕੋਈ ਜੱਚਦੀ ਜੀ ਨਹੀਂ। ਘਰ ਸਭ ਵੱਥੂ ਮੰਗੀ ਹੈ, ਵਲ ਛਲ ਦੇ ਕਰ ਝੱਤ ਲੰਗਾਵੈ। ਕਹਿੰਦੇ ਜਦੋਂ ਘਰ ਵਾਲੀ ਨੇ ਰਾਸ਼ਨ ਮੰਗਣਾ ਤੇ ਭਗਤ ਸਾਹਿਬ ਨੇ ਟਾਲ ਦੇਣਾ, ਕਿਉਂਕਿ ਰਾਜਦੁਆਰ ਤਾਂ ਜਾਂਦੇ ਹੀ ਨਹੀਂ ਸਨ। ਉਹ ਤਾਂ ਜਾਂਦੇ ਸੀ ਪਰਮਾਤਮਾ ਦਾ ਸਿਮਰਨ ਕਰਨ, ਭਗਤੀ ਕਰਨ, ਰੱਬ ਦਾ ਨਾਮ ਲੈਣ। ਕਹਿੰਦੇ ਫਿਰ ਉੱਥੇ ਕੀ ਹੋਇਆ, ਇੱਕ ਵੱਡੀ ਘਟਨਾ ਵਾਪਰੀ। ਵੱਡਾ ਸਾਂਗ ਵਰਤਦਾ ਉਹ ਇੱਕ ਮਨ ਪਰਮੇਸ਼ਰ ਧਿਆਵੈ। ਕਹਿੰਦੇ ਇੱਕ ਵੱਡਾ ਕੌਤਕ ਵਰਤਿਆ। ਕਿਉਂ ਵਰਤਿਆ ਕੌਤਕ? ਕਿਉਂਕਿ ਭਗਤ ਬੇਣੀ ਜੀ ਇਕਾਗਰ ਚਿਤ ਹੋ ਕਰਕੇ ਇੱਕ ਮਨ ਸੁਰਤੀ ਦੇ ਨਾਲ ਵਾਹਿਗੁਰੂ ਦਾ, ਪਰਮਾਤਮਾ ਦਾ ਸਿਮਰਨ ਕਰਦੇ ਆ। ਤੇ ਕਹਿੰਦੇ ਨੇ ਫਿਰ ਕੌਤਕ ਕੀ ਵਰਤਿਆ? ਕੌਤਕ ਇਹ ਵਰਤਿਆ, ਰਾਜਾ ਹੋਏ ਘਰ ਚੱਲ ਆਵੈ। ਕਹਿੰਦੇ ਜਿਹੜਾ ਪਰਮਾਤਮਾ ਸੀ ਨਾ, ਇੱਕ ਦਿਨ ਘਰ ਵਾਲੀ ਨੇ ਝਗੜਾ ਕਰ ਲਿਆ ਕਿ ਕਿੱਦਾਂ ਦਾ ਰਾਜਦੁਆਰ, ਰਾਜ ਮਹਿਲ ਵਿੱਚ ਜਾ ਕੇ ਨੌਕਰੀ ਕਰਦੇ ਹੋ, ਕਿਹੜਾ ਰਾਜਾ ਹੈ ਜਿਹੜਾ ਤੁਹਾਡੀਆਂ ਲੋੜਾਂ ਵੀ ਪੂਰੀਆਂ ਨਹੀਂ ਕਰਦਾ, ਕਦੇ ਤੇ ਮੰਗ ਰੱਖੋ ਨਾ ਉਹਦੇ ਅੱਗੇ। ਤੇ ਭਗਤ ਬੇਣੀ ਜੀ ਕਹਿੰਦੇ ਨੇ, ਕਹਿੰਦੇ ਜਿਸ ਰਾਜੇ ਦੇ ਨਾਲ ਮੈਂ ਕੰਮ ਕਰਦਾ ਨਾ ਜਾ ਕੇ, ਜਿਸ ਰਾਜੇ ਦੀ ਮੈਂ ਚਾਕਰੀ ਕਰਦਾ, ਉਸ ਰਾਜੇ ਦਾ ਇੱਕ ਵਡੱਪਨ ਇਹ ਹੈ ਵੀ ਉਸ ਰਾਜੇ ਅੱਗੇ ਜਾ ਕੇ ਮੰਗ ਨਹੀਂ ਕਰਨੀ ਪੈਂਦੀ, ਬਿਨਾਂ ਮੰਗਿਆਂ ਹੀ ਝੋਲੀਆਂ ਭਰ ਦਿੰਦਾ ਹੈ। ਇਹ ਸਾਨੂੰ ਵੀ ਮੰਨਣਾ ਪਵੇਗਾ ਕਿ ਜਿਸ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਆਪਾਂ ਆਉਂਦੇ ਆ, ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰਾਂ ਕਰਦੇ ਆ, ਇੱਥੇ ਕਈ ਵਾਰ ਮੰਗਣਾ ਨਹੀਂ ਪੈਂਦਾ, ਬਿਨਾਂ ਮੰਗਿਆਂ ਝੋਲੀਆਂ ਭਰਦੇ ਨੇ। ਕਿਉਂ? ਕਿਉਂਕਿ ਠੀਕ ਹੈ, ਦੁਨੀਆ ਦੇ ਵਿੱਚ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੋਈ ਕਿਸੇ ਮੰਤਰੀ ਦੇ ਨਾਲ ਜਾ ਕਰਕੇ ਮਿੱਤਰਤਾ ਹੀ ਕਰਦਾ, ਕੋਈ ਕਿਸੇ ਅਹੁਦੇਦਾਰ ਦੇ ਨਾਲ ਜਾ ਕਰਕੇ ਸੰਬੰਧ ਬਣਾਉਂਦਾ। ਕਿਉਂ? ਇਸ ਕਰਕੇ ਬਣਾਉਂਦਾ ਵੀ ਜਦੋਂ ਮਾੜਾ ਸਮਾਂ ਆਇਆ, ਇਹ ਮੰਤਰੀ, ਇਹ ਅਹੁਦੇਦਾਰ, ਇਹ ਜਿਹੜਾ ਵੱਡੇ ਅਹੁਦੇ ਤੇ ਬੈਠਾ ਮੇਰੀ ਮਦਦ ਕਰੇਗਾ। ਪਰ ਮੈਂ ਇੱਕ ਬੇਨਤੀ ਕਰਦਾ ਕਿ ਯਾਦ ਰੱਖੋ, ਹੋ ਸਕਦਾ ਜਿਨ੍ਹਾਂ ਨਾਲ ਸੰਬੰਧ ਬਣਾਏ ਨੇ ਇੱਕ ਦੋ ਵਾਰ ਤੁਹਾਡੇ ਕੰਮ ਆ ਜਾਣ, ਪਰ ਤੁਸੀਂ ਸਾਰੇ ਇਸ ਗੱਲ ਨੂੰ ਮਹਿਸੂਸ ਕਰੋਗੇ, ਚਾਹੇ ਦੁਨੀਆ ਦੇ ਵੱਡੇ ਤੋਂ ਵੱਡੇ ਬਾਦਸ਼ਾਹ ਦੇ ਨਾਲ ਜਾ ਕਰਕੇ ਮਿੱਤਰਤਾ ਹੀ ਕਰ ਲਓ, ਪਰ ਕਈ ਵਾਰ ਜੀਵਨ ਵਿੱਚ ਐਸਾ ਸਮਾਂ ਵੀ ਆ ਜਾਂਦਾ ਹੈ, ਚਾਹੇ ਜਿਤਨਾ ਮਰਜ਼ੀ ਵੱਡਾ ਅਹੁਦੇਦਾਰ ਹੋਵੇ, ਕਈ ਵਾਰ ਬਾਂਹ ਨਹੀਂ ਜੇ ਫੜਦਾ। ਕਿਉਂ ਨਹੀਂ ਫੜਦਾ? ਕਿਉਂਕਿ ਦੁੱਖ ਦੂਰ ਕਰਨ ਦੀ ਤਾਕਤ ਹਰ ਇੱਕ ਇਨਸਾਨ ਵਿੱਚ ਨਹੀਂ ਹੈ, ਕੇਵਲ ਭਗਵਾਨ ਵਿੱਚ ਹੈ। ਇਸ ਲਈ ਰਾਜਿਆਂ ਨਾਲ, ਮਹਾਰਾਜਿਆਂ ਨਾਲ ਜਾ ਕਰਕੇ ਅਸੀਂ ਸਮਝੌਤੇ ਕਰਦੇ ਹਾਂ, ਸੰਬੰਧ ਬਣਾਉਂਦੇ ਹਾਂ ਵੀ ਸਾਡੀ ਮਦਦ ਕਰਨਗੇ। ਪਰ ਮੈਂ ਬੇਨਤੀ ਕਰਾਂ, ਆ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉਸ ਤਾਕਤ ਦਾ ਨਾਮ ਹੈ। ਇਹ ਰਾਜਾ ਨਹੀਂ, ਇਹ ਰਾਜੇ ਬਣਾਉਣ ਵਾਲਾ ਸਤਿਗੁਰੂ ਹੈ। ਜਿਵੇਂ ਅੱਜ ਦੀ ਭਾਸ਼ਾ ਸ਼ਬਦ ਵਰਤਦੇ ਆ ਨਾ, ਕਿੰਗ ਮੇਕਰ, ਜਿਹੜਾ ਖਾਲਸਾ ਜੀ ਕਿੰਗ ਮੇਕਰ ਹੁੰਦਾ ਹੈ ਨਾ, ਉਹ ਇੱਕ ਵਾਰ ਪਿੱਛੇ ਹਟ ਜਾਵੇ ਤੇ ਵੱਡੀਆਂ ਵੱਡੀਆਂ ਸਰਕਾਰਾਂ ਡੇਗ ਦਿੰਦਾ ਹੈ। ਤੇ ਆਸਾ ਕੀ ਵਾਰ ਚ ਆਪਾਂ ਰੋਜ਼ ਹੀ ਪੜ੍ਹਦੇ ਹਾਂ ਵੀ ਇਹ ਸੁਲਤਾਨ ਬਣਾਉਂਦਾ ਹੈ। ਪਰ ਜੇ ਸੁਲਤਾਨ ਨੂੰ ਹੰਕਾਰ ਹੋ ਜਾਵੇ ਤੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਆਪਣੀ ਰਹਿਮਤ ਪਿੱਛੇ ਕਰ ਲਵੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ। ਇਸ ਲਈ ਦੁਨੀਆ ਦੇ ਅਹੁਦੇਦਾਰਾਂ ਪਿੱਛੇ ਨਾ ਭੱਜੋ, ਸਤਿਗੁਰ ਪਿੱਛੇ ਭੱਜ ਪਵੈ। ਭੱਜਣਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਿੱਛੇ ਭੱਜੋ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਭੇਖਾਰੀ ਤੇ ਰਾਜ ਕਰਾਵੈ, ਰਾਜਾ ਤੇ ਭੇਖਾਰੀ। ਇਹ ਭਿਖਾਰੀਆਂ ਨੂੰ ਵੀ ਵੱਡੇ ਵੱਡੇ ਤਖਤ ਬਖਸ਼ਣ ਦੀ ਤਾਕਤ ਰੱਖਦਾ ਹੈ। ਇਸ ਤਾਕਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ। ਭਗਤ ਬੇਣੀ ਜੀ ਕਹਿੰਦੇ, ਜਿਹੜੇ ਰਾਜੇ ਕੋਲ ਮੈਂ ਜਾਣਾ ਉੱਥੇ ਮੰਗਣਾ ਨਹੀਂ ਪੈਂਦਾ, ਉਹ ਆਪੇ ਝੋਲੀਆਂ ਭਰ ਦਿੰਦਾ ਹੈ। ਫਿਰ ਕਹਿੰਦੇ ਰਾਜੇ ਦੀ ਜਦੋਂ ਇਸ ਤਰ੍ਹਾਂ ਵਡਿਆਈ ਕੀਤੀ ਤੇ ਘਰ ਵਾਲੀ ਨੇ ਜਦੋਂ ਝਗੜਾ ਕਰ ਲਿਆ ਤੇ ਭਗਤ ਜੀ ਬਾਹਰ ਜਾ ਕੇ ਪ੍ਰਮਾਤਮਾ ਨੂੰ ਚੇਤੇ ਕਰਕੇ ਕਹਿੰਦੇ ਮੇਰੀ ਲਾਜ ਰੱਖ ਲਈ। ਫਿਰ ਕਹਿੰਦੇ ਭਗਤ ਦੀ ਲਾਜ ਰੱਖਣ ਵਾਸਤੇ ਰਾਜਾ ਹੋਏ ਘਰ ਚੱਲ ਆਵੈ, ਦੇ ਦਿਲਾਸਾ ਤੁਸ ਕੈ ਅਣਗਿਣਤੀ ਖਰਚ ਪਹੁੰਚਾਵੈ। ਕਹਿੰਦੇ ਪ੍ਰਮਾਤਮਾ ਖੁਦ ਰਾਜੇ ਦਾ ਰੂਪ ਧਾਰਨ ਕਰਕੇ ਭਗਤ ਬੇਣੀ ਦੇ ਘਰ ਆਉਂਦੇ ਆ। ਤੇ ਜਦੋਂ ਘਰ ਆਏ,
ਦਿਲਾਸਾ ਦਿੱਤਾ ਕਿ ਭਗਤ ਬੇਣੀ ਬੜੀ ਗੁਰਮੁਖ ਰੂਹ ਹੈ, ਝਗੜਾ ਨਾ ਕਰਿਆ ਕਰ। ਆ ਲੈ ਖਰਚਾ, ਤੇ ਖਰਚਾ ਵੀ ਕੋਈ ਮਿੱਥ ਕੇ ਨਹੀਂ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਅਣਗਿਣਤੀ ਖਰਚ ਪਹੁੰਚਾਵੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਰਾਸ਼ਨ ਦੇ ਦਿੱਤਾ, ਕੱਪੜੇ ਦੇ ਦਿੱਤੇ, ਅਣਗਿਣਤ ਮਾਇਆ ਦੇ ਦਿੱਤੀ, ਤੇ ਮਾਇਆ ਦੇ ਕਰਕੇ ਵਾਪਸ ਚਲੇ ਗਏ ਕਿੱਥੇ? ਉਥੋਂ ਆਇਆ ਭਗਤ ਪਾਸ, ਹੋਏ ਦਿਆਲ ਹੇਤ ਉਪਜਾਵੇ। ਕਹਿੰਦੇ ਉਥੋਂ ਫਿਰ ਭਗਤ ਜੀ ਕੋਲ ਆਏ, ਤੇ ਜਿਵੇਂ ਮਾਂ ਆਪਣੇ ਬੱਚੇ ਕੋਲ ਆ ਕੇ ਲਾਡ ਲਡਾਉਂਦੀ ਹੈ, ਕਹਿੰਦੇ ਇਸ ਤਰ੍ਹਾਂ ਪ੍ਰਮਾਤਮਾ ਭਗਤ ਬੇਣੀ ਜੀ ਪਾਸ ਆ ਕਰਕੇ ਉਹਨਾਂ ਨੂੰ ਕਲਾਵੇ ਵਿੱਚ ਲੈ ਕਰਕੇ ਸਿਰ ਤੇ ਹੱਥ ਫੇਰ ਕੇ ਉਹਨਾਂ ਨਾਲ ਲਾਡ ਲਡਾਉਂਦੇ ਆ, ਤੇ ਉੱਥੇ ਇੱਕ ਗੱਲ ਸਿੱਧ ਕਰਦੇ ਆ, ਭਗਤ ਜਨਾ ਜੈਕਾਰ ਕਰਾਵੇ। ਜੇ ਸਾਖੀ ਦਾਸ ਨੇ ਉਂਝ ਸੁਣਾਈ ਹੁੰਦੀ ਤੇ ਹੋ ਸਕਦਾ ਸੀ ਸ਼ੰਕਾ ਹੋ ਜਾਂਦਾ, ਪਰ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਲਿਖਿਆ ਕਿ ਤੂੰ ਇੱਕ ਵਾਰ ਪ੍ਰਮਾਤਮਾ ਨੂੰ ਚੇਤੇ ਕਰਕੇ ਤਾਂ ਵੇਖ, ਤੂੰ ਆਪਣੀ ਲੋੜਾਂ ਦੀ ਗੱਲ ਕਰਦਾ, ਤੇਰੀਆਂ ਆਉਣ ਵਾਲੀਆਂ 21 ਕੁਲਾਂ ਦੀਆਂ ਲੋੜਾਂ ਵੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪੂਰੀਆਂ ਕਰ ਦੇਵੇਗਾ, ਜਿਹੜਾ ਪ੍ਰਮਾਤਮਾ ਦੇ ਚਰਨ ਘੁੱਟ ਕੇ ਫੜ ਲਵੇ। ਇਸ ਲਈ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਆ, ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਚਿੱਤ ਲਾਈਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਵਰਗਾ ਗੁਰੂ ਦੁਨੀਆ ਤੇ ਨਾ ਪਹਿਲਾਂ ਸੀ, ਨਾ ਅੱਜ ਹੈ, ਤੇ ਨਾ ਹੀ ਅਗਾਂਹ ਹੋਵੇਗਾ। ਇਹ ਕੇਵਲ ਤੇ ਕੇਵਲ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ, ਜਿਨ੍ਹਾਂ ਦੇ ਲੜ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਲਾ ਕੇ ਗਏ। ਮੈਂ ਇੱਕ ਘਟਨਾ ਜ਼ਰੂਰ ਸਾਂਝੀ ਕਰਾਂ। ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰ ਰਹੇ ਹੋ ਖਾਲਸਾ ਜੀ। ਦਾਸ ਨੂੰ ਇੱਕ ਮਹਾਤਮਾ ਨੇ ਬਚਨ ਸੁਣਾਇਆ, ਮੈਨੂੰ ਬਹੁਤ ਹੀ ਪਿਆਰਾ ਲੱਗਾ ਉਹ ਬਚਨ। ਗੁਰੂ ਗੋਬਿੰਦ ਸਿੰਘ ਨੇ ਹਜੂਰ ਸਾਹਿਬ ਦੀ ਧਰਤੀ ਤੇ ਬਚਨ ਕੀਤਾ ਸੀ, ਆਪਨ ਪਉ ਸ੍ਰੀ ਖਾਲਸੇ ਸੌਂਪਾ ਦਿੱਤੇ ਰੂਪ ਸਤਿਗੁਰੂ ਗ੍ਰੰਥਾ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਿਹਾ ਕਲਗੀਧਰ ਸੁਆਮੀ ਨੇ ਖਾਲਸਾ ਜੀ, ਗੁਰੂ ਗੋਬਿੰਦ ਸਿੰਘ ਆਪਣਾ ਆਪ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਕਰਕੇ ਜਾ ਰਿਹਾ। ਜਿੰਨੇ ਵੀ ਸਾਡੇ ਦਰਸ਼ਨ ਕਰਨੇ ਹੋਣ, ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਦੋਵੇਂ ਹੱਥ ਜੋੜ ਕਰਕੇ ਮੈਨੂੰ ਬੁਲਾਵੇ, ਮੈਨੂੰ ਆਵਾਜ਼ ਲਾਵੇ। ਮੈਂ ਇਹ ਬਚਨ ਦੇਣਾ ਖਾਲਸਾ ਜੀ, ਜਦੋਂ ਭਾਵਨਾ ਨਾਲ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਮੈਨੂੰ ਪੁਕਾਰੋਗੇ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਬੈਠਾ ਕੋਈ ਪਾਠੀ ਨਜ਼ਰ ਨਹੀਂ ਆਵੇਗਾ, ਤਾਬਿਆ ਤੇ ਬੈਠਾ ਸਾਖਸ਼ਾਤ ਬਾਜਾਂ ਵਾਲਾ ਗੁਰੂ ਗੋਬਿੰਦ ਸਿੰਘ ਨਜ਼ਰ ਆਵੇਗਾ। ਕਲਗੀਧਰ ਪਾਤਸ਼ਾਹ ਨੂੰ ਪੁੱਛਿਆ, ਮਹਾਰਾਜ ਦਰਸ਼ਨ ਤਾਂ ਹੋਣਗੇ, ਜੇ ਬਚਨ ਕਰਨੇ ਹੋਣ? ਮਹਾਰਾਜ ਕਹਿੰਦੇ, ਬੋਲਣ ਸਤਿਗੁਰ ਸ਼ਬਦ ਸੰਭਾਖਣ, ਨਾਮ ਗੋਬਿੰਦ ਕੀਰਤਨ ਸੰਥਾ। ਗੁਰੂ ਕਿਉ ਸਿੱਖੋ, ਜਿੱਦਣ ਤੁਹਾਡਾ ਦਿਲ ਕਰੇ ਬਾਜਾਂ ਵਾਲੇ ਨਾਲ ਗੱਲਾਂ ਕਰਨੀਆਂ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਤੇ ਬਹਿ ਕੇ ਸਹਿਜ ਪਾਠ ਕਰਿਓ। ਸਹਿਜ ਪਾਠ ਕਰੋਗੇ ਤੇ ਮੈਂ ਵਾਅਦਾ ਕਰਕੇ ਜਾਣਾ ਕਿ ਗੁਰੂ ਗ੍ਰੰਥ ਸਾਹਿਬ ਦੀ ਪੰਕਤੀਆਂ ਦੇ ਵਿੱਚੋਂ ਵੀ ਦਸ਼ਮੇਸ਼ ਤੁਹਾਡੇ ਨਾਲ ਰੋਜ਼ ਗੱਲਾਂ ਕਰਿਆ ਕਰੇਗਾ। ਇਸ ਲਈ ਰੋਜ਼ ਸਹਿਜ ਪਾਠ ਕਰੋ। ਉਹ ਮਹਾਤਮਾ ਕਹਿੰਦੇ ਵੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਦਾ ਦਿੱਤਾ ਤੇ ਉਹ ਆਏ ਤੇ ਉਹਨਾਂ ਨੇ ਵਾਪਸ ਵੀ ਜਾਣਾ ਸੀ। ਸੰਗਤ ਦਾ ਇਕੱਠ ਬਹੁਤ ਜ਼ਿਆਦਾ ਸੀ। ਉਹਨਾਂ ਦੇ ਮਨ ਵਿੱਚ ਆਇਆ ਵੀ ਹਰਿਮੰਦਰ ਸਾਹਿਬ ਜਾ ਕੇ ਦਰਸ਼ਨ ਕਰ ਰਹੀਏ। ਉਹ ਕਹਿੰਦੇ ਜਦੋਂ ਮੈਂ ਜਾਣ ਲੱਗਾ, ਸੇਵਾਦਾਰ ਕਹਿੰਦੇ ਨੇ ਵੀ ਸਾਡੀ ਫਲਾਈਟ ਹੈ ਤੇ ਉਹ ਲੇਟ ਹੋ ਜਾਵਾਂਗੇ ਜੇ ਆਪਾਂ ਅੰਦਰ ਗਏ, ਤੇ ਸੰਗਤ ਬਹੁਤ ਜ਼ਿਆਦਾ ਹੈ। ਉਹ ਮਹਾਤਮਾ ਲਾਈਨ ਵਿੱਚ ਲੱਗ ਕੇ ਦਰਸ਼ਨ ਕਰਿਆ ਕਰਦੇ ਨੇ ਹਮੇਸ਼ਾ, ਕਦੇ ਵੀ ਸਾਈਡ ਤੋਂ ਨਹੀਂ ਗਏ। ਤੇ ਕਹਿੰਦੇ ਵੀ ਜਦੋਂ ਮੈਂ ਕਿਹਾ ਵੀ ਚਲੋ ਪਰਿਕਰਮਾ 'ਚ ਤਾਂ ਜਾਈਏ, ਪਰਿਕਰਮਾ ਵਿੱਚ ਗਏ ਤੇ ਮੇਰੇ ਮਨ ਵਿੱਚ ਆਇਆ ਵੀ ਜੇ ਅੰਦਰ ਨਾ ਵੀ ਜਾ ਹੋਇਆ, ਪਰਿਕਰਮਾ ਤੇ ਕਰਕੇ ਆਈਏ। ਕਹਿੰਦੇ ਪਰ ਜਦੋਂ ਮੈਂ ਪਰਿਕਰਮਾ ਕਰਨ ਲੱਗਾ ਤੇ ਮੇਰੇ ਮਨ ਵਿੱਚ ਇਹੀ ਅਰਦਾਸ ਸੀ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਵੈਸੇ ਤੇ ਹਰ ਜਗ੍ਹਾ ਹੀ ਤੁਹਾਡੀ ਜੋਤ ਜਗਮਗ ਕਰਦੀ ਹੈ, ਬਾਹਰ ਵੀ ਆਪ ਦਾ ਪ੍ਰਕਾਸ਼, ਅੰਦਰ ਸੱਚਖੰਡ 'ਚ ਵੀ ਆਪ ਦਾ ਪ੍ਰਕਾਸ਼, ਪਰ ਮੇਰੇ ਮਨ ਦੀ ਭਾਵਨਾ ਹੈ ਵੀ ਇੱਕ ਵਾਰ ਕਿਤੇ ਤੁਹਾਡੇ ਦਰਸ਼ਨ ਹਰਿਮੰਦਰ ਸਾਹਿਬ ਦੇ ਵਿੱਚ ਹੋ ਜਾਣ ਤੇ ਸੱਚਮੁੱਚ ਕਿਰਪਾ ਵਰਤ ਜਾਵੇਗੀ। ਮੇਰੀ ਭਾਵਨਾ ਨੂੰ ਭਾਗ ਲਾ ਦਿਓ। ਉਹ ਕਹਿੰਦੇ ਮੈਂ ਪਰਿਕਰਮਾ ਕਰਕੇ ਜਦੋਂ ਦਰਸ਼ਨੀ ਡਿਓੜੀ ਕੋਲ ਪਹੁੰਚਿਆ, ਕਹਿੰਦੇ ਦਰਸ਼ਨੀ ਡਿਓੜੀ ਖਾਲੀ ਕਰ ਰਹੇ ਸੀ। ਮੈਂ ਪੁੱਛਿਆ ਵੀ ਇਹ ਕਿਉਂ ਖਾਲੀ ਕਰ ਰਹੇ ਆ? ਕਹਿੰਦੇ ਮੇਰੀਆਂ ਅੱਖਾਂ ਤੋਂ ਹੰਝੂ ਨਾ ਰੁਕੇ ਜਦੋਂ ਸੇਵਾਦਾਰਾਂ ਨੇ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਸਭ ਤੋਂ ਉੱਪਰ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਸਾਹਿਬ ਚੱਲਦੇ ਆ, ਸਭ ਤੋਂ ਉੱਪਰਲੇ ਅਸਥਾਨ ਤੇ
ਅੱਜ ਭੋਗ ਪਿਆ ਏ ਤੇ ਉਹ ਸਰੂਪ ਪਾਲਕੀ ਸਾਹਿਬ ਸੁਭਾਇਮਾਨ ਕਰਕੇ ਇੱਕ ਵਾਰ ਸੁਖਾਸਨ ਕਰਨ ਵਾਸਤੇ ਲੈ ਕੇ ਆ ਰਹੇ ਆ। ਕਹਿੰਦੇ ਜਦੋਂ ਪਾਲਕੀ ਸਾਹਿਬ ਦੇ ਵਿੱਚ ਸਰੂਪ ਲੈ ਕਰਕੇ ਆਏ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਸਿੰਘ ਸਾਹਿਬਾਨ ਨੇ ਸੀਸ ਤੇ ਸੁਭਾਇਮਾਨ ਕੀਤਾ, ਅਕਾਲ ਤਖਤ ਸਾਹਿਬ ਵੱਲ ਲੈ ਕੇ ਗਏ ਤੇ ਕਹਿੰਦੇ ਮੈਂ ਡੰਡੋਤ ਕਰਕੇ ਰੋਇਆ ਕਿ ਸਤਿਗੁਰੂ ਤੁਹਾਨੂੰ ਪਤਾ ਸੀ ਲੈਣ ਬਹੁਤ ਵੱਡੀ ਹੈ ਤੇ ਮੈਂ ਜਾਣਾ ਤੇ ਮੈਂ ਅੰਦਰ ਨਹੀਂ ਆ ਸਕਦਾ। ਇਹ ਤੋਂ ਵੱਡਾ ਦਿਆਲੂ ਕੌਣ ਹੋਵੇਗਾ? ਇਹ ਤੋਂ ਵੱਡਾ ਪ੍ਰੇਮ ਵਾਲਾ ਗੁਰੂ ਕਿਹੜਾ ਹੋਵੇਗਾ ਵੀ ਸਿੱਖ ਨੇ ਪੁਕਾਰਿਆ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬਿੱਧ ਬਣਾ ਕੇ ਖੁਦ ਹੀ ਬਾਹਰ ਆ ਕੇ ਦਰਸ਼ਨ ਦੇਣ ਲੱਗ ਪਏ। ਖਾਲਸਾ ਜੀ ਗੱਲ ਤੇ ਭਾਵਨਾ ਦੀ ਹੈ, ਪ੍ਰੇਮ ਦੀ ਹੈ। ਜੇ ਸਮਝੋ ਤੇ ਇਸ ਘਟਨਾ ਦੇ ਵਿੱਚੋਂ ਬਹੁਤ ਸਿੱਖਿਆਵਾਂ ਮਿਲ ਸਕਦੀਆਂ ਨੇ। ਸੋ ਦੀਨ ਦਿਆਲ ਸਤਿਗੁਰੂ ਕਹਿੰਦੇ ਭਾਈ ਤੂੰ ਇਸ ਗੁਰੂ ਗ੍ਰੰਥ ਸਾਹਿਬ ਦੇ ਨਾਲ ਚਿੱਤ ਲਾ, ਇਹਨਾਂ ਨੇ ਹਰ ਇੱਕ ਤਰ੍ਹਾਂ ਦੀ ਦਾਤ ਝੋਲੀ ਵਿੱਚ ਪਾਉਣੀ ਹੈ। ਸੋ ਸਹੁ ਬਿੰਦ ਨਾ ਵਿਸਰਾਓ, ਨਾਨਕ ਜਿਨ ਸੁੰਦਰ ਰਚਿਆ ਦੇਹੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ ਸਿੱਖਾ ਤੈਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਇੱਕ ਖਿਣ ਵਿਸਰਨਾ ਨਹੀਂ ਚਾਹੀਦਾ। ਕਿਉਂ? ਕਿਉਂਕਿ ਆ ਜਿਹੜੀ ਦੇਹੀ ਤੈਨੂੰ ਮਿਲੀ ਹੈ, ਜਿਸ ਦੇਹੀ ਨੂੰ ਤੂੰ ਸੁੰਦਰ ਕਹਿੰਦਾ, ਜਿਸ ਦੇਹੀ ਨੂੰ ਸੰਵਾਰਦਾ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਰਚਨਾ ਕੀਤੀ ਹੈ। ਪੌੜੀ ਜਿਉ ਪ੍ਰਾਨ ਤਨ ਧਨ ਦੀਆ, ਦੀਨੇ ਰਸ ਭੋਗ। ਪੌੜੀ ਦੇ ਅੰਦਰ ਪਹਿਲੀ ਪੰਕਤੀ ਵਿੱਚ ਸਤਿਗੁਰੂ ਬਚਨ ਕਰਦੇ ਨੇ ਕਿ ਭਾਈ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਵੇਖੋ। ਉਸ ਨੇ ਜਿੱਥੇ ਸਰੀਰ ਦਿੱਤਾ, ਸਰੀਰ ਦੇ ਵਿੱਚ ਜਿੰਦ ਵੀ ਪਾਈ ਹੈ। ਹਰ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ, ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵਨੀ ਕਨਾ, ਦਸਵਾਂ ਦੁਆਰ ਦਿਖਾਇਆ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਜਿਨੇ ਸਰੀਰ ਦਿੱਤਾ, ਜਿੰਦ ਨਿਮਾਣੀ ਦਿੱਤੀ ਹੈ ਅਤੇ ਦੁਨੀਆ ਦੇ ਸਾਰੇ ਰਸ ਭੋਗ ਇਹ ਸਾਰੀਆਂ ਅੱਖਾਂ ਸਾਹਮਣੇ ਜੋ ਵੀ ਨਜ਼ਰ ਆ ਰਿਹਾ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹਨ। ਗ੍ਰਹਿ ਮੰਦਰ ਰਾਥ ਆਸ ਦੀਏ, ਰਾਚ ਭਲੇ ਸੰਜੋਗ। ਤੇ ਜਿਹੜੇ ਘਰਾਂ ਵਿੱਚ ਆਪਾਂ ਰਹਿੰਦੇ ਆ, ਇਹ ਘਰ ਇਹ ਵੀ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਹੈ। ਇਸ ਲਈ ਸੁਖਮਨੀ ਸਾਹਿਬ ਦੇ ਪਾਠ ਵਿੱਚ ਮਹਾਰਾਜ ਨੇ ਕਿਹਾ ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਜੇ ਬਹੁਤ ਸੋਹਣਾ ਘਰ ਮਿਲਿਆ ਤੇ ਉਹਨੂੰ ਚੇਤੇ ਕਰ, ਜੇ ਘਰ ਨਹੀਂ ਵੀ ਮਿਲਿਆ ਤਾਂ ਵੀ ਚੇਤੇ ਕਰ। ਕਿਉਂ? ਜੇ ਘਰ ਨਹੀਂ ਵੀ ਹੈ ਤੇਰੇ ਕੋਲ, ਤੂੰ ਪਰਮਾਤਮਾ ਨੂੰ ਚੇਤੇ ਕਰ, ਪਰਮਾਤਮਾ ਤੈਨੂੰ ਮਹਿਲਾਂ ਵਾਲਾ ਵੀ ਬਣਾ ਦੇਵੇਗਾ। ਉਹਦਾ ਤੇ ਸੁਭਾਵ ਹੈ ਨੀਚੋ ਊਚ ਕਰੇ, ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਸੋ ਐਸੇ ਦੀਨ ਦਿਆਲ ਸਤਿਗੁਰੂ ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਘਰ ਦਿੱਤਾ ਹੈ, ਸੋਹਣੇ ਮਹਿਲ ਦਿੱਤੇ ਨੇ, ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸੋਹਣੇ ਰਿਸ਼ਤੇ ਬਖਸ਼ਿਸ਼ ਕੀਤੇ ਹਨ। ਸੋਤ ਬਨਤਾ ਸਾਜਨ ਸੇਵਕ ਦੀਏ, ਪ੍ਰਭ ਦੇਵਨ ਜੋਗ। ਰਿਸ਼ਤੇ ਕਿਹੜੇ? ਧੀ ਤੇ ਪੁੱਤ ਦਾ, ਭਰਾ ਤੇ ਭੈਣ ਦਾ, ਮਾਂ ਤੇ ਪਿਓ ਦਾ, ਜਾਂ ਜਿੰਨੇ ਵੀ ਸੰਸਾਰ ਦੇ ਰਿਸ਼ਤੇ ਆ, ਇਹ ਸਾਰੇ ਦੇ ਸਾਰੇ ਰਿਸ਼ਤੇ, ਸੱਜਣ ਮਿੱਤਰਾਂ ਦੇ ਰਿਸ਼ਤੇ। ਤੇ ਸਤਿਗੁਰੂ ਕਹਿੰਦੇ ਜੇ ਬਹੁਤੀ ਮਾਇਆ ਹੈ ਤੇਰੇ ਘਰ ਵਿੱਚ, ਬਹੁਤੇ ਨੌਕਰ ਚਾਕਰ ਨੇ, ਤੇ ਇਹ ਵੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਦਿਆਲਤਾ ਹੀ ਹੈ ਨਾ ਕਿ ਪਰਮਾਤਮਾ ਨੇ ਤੇਰੇ ਘਰ ਵਿੱਚ ਖਜ਼ਾਨੇ ਭਰਪੂਰ ਕੀਤੇ ਆ। ਮੇਰੇ ਕਹਿਣ ਤੋਂ ਭਾਵ ਸਤਿਗੁਰੂ ਕੇਵਲ ਇਹੀ ਸਮਝਾਉਣਾ ਚਾਹੁੰਦੇ ਨੇ ਵੀ ਸਰੀਰ ਤੋਂ ਲੈ ਕਰਕੇ ਸੰਸਾਰ ਵਿੱਚ ਹਰ ਇੱਕ ਮਿਲੀ ਹੋਈ ਚੀਜ਼ ਇਹ ਪਰਮਾਤਮਾ ਦੀ ਦਿਆਲਤਾ ਨਾਲ ਮਿਲੀ ਹੈ। ਇਸ ਲਈ ਪਰਮਾਤਮਾ ਨੂੰ ਭੁੱਲੋ ਨਾ। ਤੇ ਇੱਕ ਹੋਰ ਬੇਨਤੀ ਕਰਾਂ, ਇਹ ਵੀ ਮਨ ਵਿੱਚ ਭੁਲੇਖਾ ਨਹੀਂ ਰੱਖਣਾ ਚਾਹੀਦਾ ਕਿ ਮੈਂ ਇੱਕ ਸਰੀਰ ਹਾਂ। ਖਾਲਸਾ ਜੀ ਅਸੀਂ ਸਰੀਰ ਨਹੀਂ ਹੈਗੇ। ਅਧਿਆਤਮ ਪ੍ਰਕਾਸ਼ ਦੇ ਵਿੱਚ ਬਚਨ ਆਉਂਦਾ ਹੈ ਵਿਦਵਾਨਾਂ ਦਾ, ਉਹ ਕਥਨ ਕਰਦੇ ਨੇ ਦੇਹੀ ਕਹੀਏ ਆਪ ਕੋ, ਤਬ ਲਗ ਕਹੀਏ ਅਗ, ਬ੍ਰਹਮ ਵਹਿ ਗਿਆਨੀ ਲਖੈ, ਆਤਮ ਅਗ ਨਾ ਤਗ। ਅਧਿਆਤਮ ਪ੍ਰਕਾਸ਼ ਦਾ ਬਚਨ ਹੈ ਕਿ ਜਿਹੜਾ ਬੰਦਾ ਇਹ ਕਹਿੰਦਾ ਵੀ ਮੈਂ ਸਰੀਰ ਹਾਂ, ਕਹਿੰਦੇ ਉਸ ਬੰਦੇ ਤੋਂ ਵੱਡਾ ਅਗਿਆਨੀ ਕੋਈ ਨਹੀਂ। ਕਿਉਂਕਿ ਬ੍ਰਹਮ ਦਾ ਗਿਆਨ ਇਹ ਦੱਸਦਾ ਹੈ ਸਰੀਰ ਕੇਵਲ ਰਹਿਣ ਵਾਸਤੇ ਇੱਕ ਟਿਕਾਣਾ ਹੈ, ਤੇਰਾ ਅਸਲ ਸਰੂਪ ਇੱਕ ਆਤਮਾ ਹੈ। ਆਤਮਾ ਪਰਮਾਤਮਾ ਦੀ ਵੰਸ਼ ਹੈ, ਤੂੰ ਸਰੀਰ ਨਹੀਂ, ਤੂੰ ਪਰਮਾਤਮਾ ਹੈ। ਕਈ ਵਾਰ ਸਰੀਰ ਥੱਕਿਆ ਹੋਵੇ, ਕਿਤੇ ਜਾਣਾ ਹੋਵੇ, ਅਸੀਂ ਇਹ ਨਹੀਂ ਕਹਿੰਦੇ
ਵੀ ਮੈਂ ਸਰੀਰ ਮੈਂ ਮੰਨਦਾ ਨਹੀਂ। ਅਸੀਂ ਕਹਿੰਦੇ ਆ ਮੇਰਾ ਸਰੀਰ ਨਹੀਂ ਮੰਨਦਾ, ਮੇਰਾ ਸਰੀਰ ਸਾਥ ਨਹੀਂ ਦਿੰਦਾ। ਮੇਰਾ ਭਾਵ ਮੈਂ ਕੁਝ ਹੋਰ ਹਾਂ। ਮੈਂ ਕੌਣ ਹਾਂ? ਉਸ ਦੀ ਪਹਿਚਾਣ ਕਰਨ ਵਾਸਤੇ ਗੁਰਬਾਣੀ ਕਹਿੰਦੀ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਪਣੇ ਮੂਲ ਦੀ ਪਹਿਚਾਣ ਕਰਨੀ ਹੈ। ਭਾਗਵਤ ਗੀਤਾ ਦੇ ਵਿੱਚ ਕ੍ਰਿਸ਼ਨ ਜੀ ਨੇ ਵੀ ਇਹੀ ਉਪਦੇਸ਼ 13ਵੇਂ ਅਧਿਆਏ ਦੇ 6ਵੇਂ ਸ਼ਲੋਕ ਦੇ ਵਿੱਚ ਦਿੱਤਾ ਸੀ ਅਰਜਨ ਨੂੰ। ਮਹਾਭਾਰਤ ਦੀ ਜੰਗ ਦੇ ਵਿੱਚ ਕੀ ਦਿੱਤਾ ਸੀ ਉਪਦੇਸ਼? ਇੱਛਾ ਦ્વੈਕ ਸੁਖ ਸੰਘਾਤ ਸਚੇਤਨਾ ਬ੍ਰਿਤ ਹੈ, ਏਤਨ ਪੇਤਰ ਸਮਾਨਤਾ ਸਵਾਰ ਕਾ ਬਿੰਦਰ। ਇਹ ਉਪਦੇਸ਼ ਦਿੱਤਾ ਕ੍ਰਿਸ਼ਨ ਜੀ ਨੇ ਕਿ ਅਰਜੁਨ ਅਸਲ ਵਿੱਚ ਤੂੰ ਆਪਣੇ ਆਪ ਨੂੰ ਵਿੱਚੋਂ ਬਾਹਰ ਕੱਢ। ਤੂੰ ਸਰੀਰ ਨਹੀਂ, ਤੂੰ ਆਤਮਾ ਹੈ। ਨਾ ਤੂੰ ਮਾਰਨ ਵਾਲਾ ਹੈ, ਨਾ ਤੂੰ ਬਚਾਉਣ ਵਾਲਾ ਹੈ। ਮਾਰਨ ਵਾਲਾ ਵੀ ਕੋਈ ਹੋਰ ਹੈ ਤੇ ਬਚਾਉਣ ਵਾਲਾ ਵੀ ਕੋਈ ਹੋਰ ਹੈ। ਇਸ ਲਈ ਹਰ ਇੱਕ ਥਾਂ ਤੋਂ ਚੰਗਾ ਗੁਣ ਧਾਰਨ ਕਰਨਾ ਚਾਹੀਦਾ ਹੈ। ਤੇ ਇੱਕ ਮੈਂ ਬੇਨਤੀ ਕਰਾਂ ਅੱਜ ਦੀਆਂ ਹਕੂਮਤਾਂ ਨੂੰ ਕਿ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ। ਜੋ ਵੀ ਅੱਜ ਬਿਰਤਾਂਤ ਖਾਲਸਾ ਪੰਥ ਤੇ ਸਿੱਖਾਂ ਦੇ ਖਿਲਾਫ ਸਿਰਜਿਆ ਜਾ ਰਿਹਾ, ਕੈਨੇਡਾ ਦੀ ਧਰਤੀ ਦੇ ਉੱਤੇ ਹਿੰਦੂ ਸਿੱਖ ਦੇ ਅੰਦਰ ਪਵਾੜ ਪਵਾਏ ਜਾ ਰਹੇ ਆ, ਇਹ ਸਾਬਤ ਕਰਨਾ ਚਾਹੁੰਦੀਆਂ ਹਕੂਮਤਾਂ ਕਿ ਮੰਦਰ ਤੇ ਹਮਲਾ ਹੋਇਆ। ਚੇਤੇ ਰੱਖੋ, ਜਿਨ੍ਹਾਂ ਦੇ ਗੁਰੂ ਨੇ 9ਵੇਂ ਜਾਮੇ ਦੇ ਵਿੱਚ ਮੰਦਰਾਂ ਦੀ ਰਾਖੀ ਵਾਸਤੇ ਸੀਸ ਧੜ ਤੋਂ ਜੁਦਾ ਕਰਵਾਇਆ ਹੋਵੇ, ਉਸ ਗੁਰੂ ਦੇ ਸਿੱਖ ਕਿਸੇ ਮੰਦਰ ਤੇ ਹਮਲਾ ਕਿਵੇਂ ਕਰ ਸਕਦੇ ਆ? ਜਿਸ ਸਿੱਖਾਂ ਨੇ ਅਹਿਮਦ ਸ਼ਾਹ ਅਬਦਾਲੀ ਤੋਂ ਭਾਰਤ ਦੇ ਵਿੱਚ ਬੰਦੀ ਬਣਾਈ, 22,000 ਬਹੂ ਬੇਟੀਆਂ ਨੂੰ ਛਡਾ ਕੇ ਘਰ ਇੱਜ਼ਤ ਨਾਲ ਪਹੁੰਚਾਇਆ, ਉਹ ਸਿੱਖ ਭਾਰਤ ਦੀ ਧਰਤੀ ਤੇ ਉਦੋਂ ਨਹੀਂ ਉਹਨਾਂ ਨੇ ਮੰਦਰਾਂ ਤੇ ਹਮਲੇ ਕੀਤੇ, ਅੱਜ ਕਿਵੇਂ ਕਰ ਸਕਦੇ ਆ? ਜਿਸ ਮੁਗਲ ਹਕੂਮਤ ਨੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ, ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਕੀਤੇ, ਉਦੋਂ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਸਰਹੰਦ ਦੀ ਧਰਤੀ ਤੇ ਇੱਕ ਵੀ ਮਸਜਿਦ ਦੀ ਇੱਕ ਵੀ ਇੱਟ ਨੂੰ ਹੱਥ ਨਹੀਂ ਲਾਇਆ। ਜਿਨ੍ਹਾਂ ਦੇ ਗੁਰੂ ਦੇ ਪੁੱਤਰ ਜਿਨ੍ਹਾਂ ਨੇ ਸ਼ਹੀਦ ਕੀਤੇ ਸਿੱਖਾਂ ਨੇ, ਤੇ ਉਹਨਾਂ ਦੇ ਧਾਰਮਿਕ ਸਥਾਨਾਂ ਨੂੰ ਹੱਥ ਨਹੀਂ ਲਾਇਆ। ਮੰਦਰਾਂ ਤੇ ਉੱਤੇ ਸਿੱਖ ਹਮਲਾ ਕਿਵੇਂ ਕਰ ਸਕਦੇ ਆ? ਇਸ ਲਈ ਇਹ ਝਾਤ ਪਾਉਣੀ ਚਾਹੀਦੀ ਹੈ, ਇਤਿਹਾਸ ਵੇਖਣਾ ਚਾਹੀਦਾ ਹੈ ਕਿ ਧਾਰਮਿਕ ਅਸਥਾਨਾਂ ਤੇ ਚੜ੍ਹ ਕੇ ਜਾਣਾ ਹੋਰਾਂ ਦਾ ਇਤਿਹਾਸ ਹੋ ਸਕਦਾ, ਸਿੱਖਾਂ ਦਾ ਇਤਿਹਾਸ ਨਹੀਂ। ਕਿਉਂਕਿ ਸਿੱਖਾਂ ਦਾ ਗੁਰੂ ਗੋਬਿੰਦ ਸਿੰਘ ਇੱਕ ਗੱਲ ਕਹਿ ਕੇ ਗਿਆ ਸਿੱਖਾਂ ਨੂੰ ਦਸਮ ਗ੍ਰੰਥ ਸਾਹਿਬ ਦੇ ਅੰਦਰ ਕਿ ਦੇਹਰਾ ਮਸੀਤ ਸੋਈ ਪੂਜਾ ਨਵਾਜ ਹੋਈ, ਮਨ ਸਭੈ ਏਕ ਪੈ ਅਨੇਕ ਕੋ ਪਰਮਾਉ ਹੈ। ਤੁਸੀਂ ਮੰਦਰ ਤੇ ਮਸਜਿਦ ਵਿੱਚ ਫਰਕ ਕਰਦੇ ਹੋਵੋਗੇ, ਪਰ ਸਿੱਖਾਂ ਦੇ ਗੁਰੂ ਨੇ ਸਮਝਾਇਆ ਕਿ ਸਿੱਖੋ, ਹੋ ਸਕਦਾ ਹੈ ਮਸਜਿਦ ਦੀ ਇਮਾਰਤ ਵੱਖਰੇ ਤਰੀਕੇ ਨਾਲ ਬਣੀ ਹੋਵੇ, ਮੰਦਰ ਦੀ ਇਮਾਰਤ ਵੱਖਰੇ ਤਰੀਕੇ ਨਾਲ ਬਣੀ ਹੋਵੇ, ਪਰ ਚੇਤੇ ਰੱਖਿਓ ਮਸਜਿਦ ਵਿੱਚ ਚਾਹੇ ਨਮਾਜ਼ ਅਦਾ ਹੋ ਰਹੀ ਹੈ, ਮੰਦਰ ਵਿੱਚ ਗੀਤਾ ਦਾ ਪਾਠ ਹੋ ਰਿਹਾ ਹੈ, ਪੂਜਾ ਦਾ ਢੰਗ ਵੱਖਰਾ ਹੋ ਸਕਦਾ ਹੈ, ਇਮਾਰਤ ਵੱਖਰੀ ਹੋ ਸਕਦੀ ਹੈ, ਪਰ ਗੁਰੂ ਗੋਬਿੰਦ ਸਿੰਘ ਕਹਿੰਦੇ ਦੋਵੇਂ ਇਮਾਰਤਾਂ ਵਿੱਚ ਬੈਠਾ ਰੱਬ ਵੱਖਰਾ ਨਹੀਂ ਹੋ ਸਕਦਾ। ਜਿਨ੍ਹਾਂ ਦੇ ਗੁਰੂ ਨੇ ਇਹ ਸਿੱਖਿਆ ਦਿੱਤੀ ਹੋਵੇ, ਉਹ ਕਦੇ ਵੀ ਧਾਰਮਿਕ ਸਥਾਨਾਂ ਤੇ ਚੜ੍ਹ ਕੇ ਨਹੀਂ ਜਾਂਦੇ। ਇਸ ਲਈ ਭਾਰਤੀ ਮੀਡੀਆ ਨੂੰ, ਹਕੂਮਤਾਂ ਨੂੰ ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ। ਰਹੋ ਵਿਚਾਰ, ਸਤਿਗੁਰੂ ਸੱਚੇ ਪਾਤਸ਼ਾਹ ਸਰਬੱਤ ਦਾ ਭਲਾ ਕਰਨ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੀ ਉਪਦੇਸ਼ ਦਿੱਤਾ, ਭਾਈ ਤੂੰ ਸਰੀਰ ਨਹੀਂ, ਤੂੰ ਆਤਮਾ ਹੈ। ਤੈਨੂੰ ਸਰੀਰ ਮਿਲਿਆ, ਸਰੀਰ ਦੇ ਉੱਤੇ ਪਾਉਣ ਵਾਸਤੇ ਵਸਤਰ ਮਿਲੇ, ਸਰੀਰ ਨੂੰ ਸੁੰਦਰ ਬਣਾਉਣ ਵਾਸਤੇ ਤੈਨੂੰ ਵੱਖ-ਵੱਖ ਤਰ੍ਹਾਂ ਦੇ ਪਦਾਰਥ ਮਿਲੇ, ਜੀਵਨ ਜੀਣ ਵਾਸਤੇ ਤੈਨੂੰ ਰਿਸ਼ਤੇ ਵੀ ਪ੍ਰਾਪਤ ਹੋਏ ਨੇ, ਤੇ ਜਿਨਨੇ ਪ੍ਰਮਾਤਮਾ ਨੇ ਤੈਨੂੰ ਰਿਸ਼ਤੇ ਦਿੱਤੇ ਆ ਉਹਦਾ ਸ਼ੁਕਰ ਵੀ ਕਰਿਆ ਕਰ। ਮੈਂ ਇੱਕ ਬੇਨਤੀ ਕਰਦਾ, ਗੁਰੂ ਅਮਰਦਾਸ ਜੀ ਦਾ ਬਚਨ ਹੈ, ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਦੇਖੋ ਸਾਡਾ ਰਿਸ਼ਤਾ ਬਣਦਾ ਮਿੱਟੀ ਦੇ ਪੁਤਲਿਆਂ ਨਾਲ, ਕਿਸੇ ਨੂੰ ਮਾਂ ਕਹਿੰਨੇ, ਪਿਓ ਕਹਿੰਨੇ, ਭੈਣ ਭਰਾ, ਪਰ ਅਸੀਂ ਕਦੇ ਇਹ ਮਹਿਸੂਸ ਨਹੀਂ ਕਰਦੇ ਵੀ ਮਿੱਟੀ ਦੇ ਪੁਤਲੇ ਨੂੰ ਤੇ ਮਾਂ ਪਿਓ ਕਹਿੰਨੇ ਆ, ਪਰ ਕਦੇ ਕਿਸੇ ਇਨਸਾਨ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖੋ ਤੇ ਤੁਹਾਨੂੰ ਮਹਿਸੂਸ ਹੋਏਗਾ ਵੀ ਉਹਨਾਂ ਅੱਖਾਂ ਦੇ ਅੰਦਰੋਂ ਕੋਈ ਇੱਕ ਤੀਸਰਾ ਵਿਅਕਤੀ ਵੀ ਹੈ ਜਿਹੜਾ ਤੁਹਾਨੂੰ ਵੇਖ ਰਿਹਾ ਹੈ, ਉਹ ਹੈ ਆਤਮਾ। ਅਸੀਂ ਕਦੇ ਮਹਿਸੂਸ ਨਹੀਂ ਕਰਦੇ ਵੀ ਇਸ ਜਨਮ ਵਿੱਚ ਤਾਂ ਇਸ ਮਿੱਟੀ ਦੇ ਪੁਤਲੇ ਨਾਲ ਰਿਸ਼ਤਾ ਹੈ,
ਪਰ ਇਸ ਆਤਮਾ ਨਾਲ ਮੇਰਾ ਕੀ ਰਿਸ਼ਤਾ ਹੈ ਵੀ ਜੋ ਇਸ ਜਨਮ ਵਿੱਚ ਇਹਦੇ ਨਾਲ ਰਿਸ਼ਤਾ ਬਣ ਗਿਆ। ਇਹ ਭਗਤ ਕਬੀਰ ਜੀ ਨੇ ਆਪਣੀ ਮਾਂ ਨੂੰ ਸਮਝਾਇਆ ਸੀ। ਜਦੋਂ ਮਾਂ ਨੇ ਕਿਹਾ ਤੇਰਾ ਮੇਰੇ ਨਾਲ ਮੋਹ ਨਹੀਂ, ਭਗਤ ਸਾਹਿਬ ਕਹਿੰਦੇ ਐਸੇ ਘਰ ਹਮ ਬਹੁ ਬਸਾਏ ਜਬ ਹਮ ਰਾਮ ਗਰਭ ਹੋਏ ਆਏ। ਮਾਂ ਤੇਰੇ ਨਾਲ ਕਿਤੇ ਪਹਿਲੀ ਵਾਰੀ ਰਿਸ਼ਤਾ ਥੋੜੋ ਬਣਾਇਆ, ਪਹਿਲਾਂ ਵੀ ਬੜੇ ਰਿਸ਼ਤੇ ਬਣੇ ਆ, ਪਰ ਹੁਣ ਸਮਝ ਆਈ ਹੈ ਵੀ ਮੈਂ ਇਹਨਾਂ ਰਿਸ਼ਤਿਆਂ ਵਿੱਚ ਨਹੀਂ ਉਲਝਣਾ। ਜਿਨਨੇ ਇਹ ਰਿਸ਼ਤੇ ਦਿੱਤੇ ਆ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੈ ਪਛਾਣੀ। ਮੈਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਨਾ ਹੈ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਚਿੰਤਾ, ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਦੁੱਖ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਹਰ ਸਿਮਰਤ ਤਨ ਮਨ ਹਰਿਆ। ਅੰਦਰੋਂ ਤਨ ਤੇ ਮਨ ਸੁੱਕਾ ਹੋਇਆ ਪਿਆ ਹੈ ਦੁੱਖਾਂ ਦੇ ਕਾਰਨ, ਕਲੇਸ਼ਾਂ ਦੇ ਕਾਰਨ। ਤੂੰ ਵਾਹਿਗੁਰੂ ਦਾ ਨਾਮ ਲੈ, ਵਾਹਿਗੁਰੂ ਦਾ ਸਿਮਰਨ ਕਰ, ਤੇਰਾ ਤਨ ਮਨ ਸੁੱਖਾਂ ਦੇ ਨਾਲ ਹਰਿਆ ਭਰਿਆ ਹੋ ਜਾਵੇਗਾ। ਤੇ ਜਿਤਨੇ ਵੀ ਦੁੱਖ ਤੈਨੂੰ ਲੱਗੇ ਹੋਏ ਨੇ ਤੂੰ ਗੋਬਿੰਦ ਦਾ ਨਾਮ ਲੈ। ਦੁੱਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹਿ। ਕਿਸੇ ਵੀ ਤਰ੍ਹਾਂ ਦਾ ਦੁੱਖ ਦਲਿੱਦਰ ਨੇੜੇ ਵੀ ਨਹੀਂ ਆਵੇਗਾ। ਸਾਧ ਸੰਗ ਹਰ ਗੁਣ ਰਮਹੁ ਬਿਨਸੇ ਸਭ ਰੋਗ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਕਿਵੇਂ ਉਹਨੂੰ ਚੇਤੇ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾਂ ਸਾਧੂਆਂ ਦੀ ਸੰਗਤ ਵਿੱਚ ਜਾ, ਉਹਨਾਂ ਦੀ ਸੰਗਤ ਵਿੱਚ ਜਾ ਕੇ ਨਾਮ ਜਪ। ਜੇ ਕੋਈ ਸਰੀਰਕ ਰੋਗ ਵੀ ਹੋਇਆ ਤੇ ਗੁਰੂ ਦੀ ਕਿਰਪਾ ਦੇ ਨਾਲ ਸੰਗਤ ਵਿੱਚ ਜਾ ਕੇ ਜਪਿਆ ਹੋਇਆ ਨਾਮ ਤੇਰੇ ਸਰੀਰਕ ਰੋਗਾਂ ਦਾ ਵੀ ਨਾਸ਼ ਕਰ ਦੇਵੇਗਾ। ਜਿਹੜੇ ਕਹਿੰਦੇ ਨੇ ਵੀ ਰੋਗ ਬਾਣੀ ਪੜ੍ਹ ਕੇ ਨਾਸ਼ ਨਹੀਂ ਹੁੰਦੇ, ਉਹ ਜਾਪ ਸਾਹਿਬ ਦਾ ਪਾਠ ਕਰੋ। ਜਾਪ ਸਾਹਿਬ ਦੇ ਪਾਠ ਵਿੱਚ ਮਹਾਰਾਜ ਕਹਿੰਦੇ ਨਮੋ ਰੋਗ ਹਰਤਾ। ਜਿਤਨੇ ਵੀ ਤਰ੍ਹਾਂ ਦੇ ਰੋਗ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਸਿੱਖਾ ਪ੍ਰਵਾਹ ਨਾ ਕਰ। ਤੂੰ ਇਕਾਗਰ ਚਿੱਤ ਹੋ ਕੇ ਜਾਪ ਸਾਹਿਬ ਦੀ ਬਾਣੀ ਗਾ ਗਾ ਕੇ ਪੜ੍ਹ। ਅਕਾਲ ਪੁਰਖ ਵਾਹਿਗੁਰੂ ਵਿੱਚ ਤਾਕਤ ਹੈ, ਤੇਰੇ ਹਰ ਇੱਕ ਤਰ੍ਹਾਂ ਦੇ ਸਰੀਰਕ ਰੋਗ ਦਾ ਖਾਤਮਾ ਕਰ ਸਕਦਾ ਹੈ। ਜੇ ਘਰ ਵਿੱਚ ਕਲੇਸ਼ ਹੈ ਜਾਪ ਸਾਹਿਬ ਕਰ। ਕਿਉਂ? ਨਮੋ ਕਲੇਹ ਕਰਤਾ ਨਮੋ ਸ਼ਾਂਤ ਰੂਪੇ। ਅੱਜ ਕਲੇਸ਼ ਹੈ, ਕੋਈ ਕਰਮ ਸੀ ਮਾੜਾ ਜਿਹਦੇ ਕਰਕੇ ਉਹਨੇ ਹੀ ਕਲੇਸ਼ ਪੈਦਾ ਕਰ ਦਿੱਤਾ। ਹੁਣ ਤੂੰ ਉਹਨੂੰ ਭੁੱਲ ਨਾ, ਤੂੰ ਪ੍ਰਮਾਤਮਾ ਨੂੰ ਚੇਤੇ ਕਰ। ਜਿਹੜਾ ਪ੍ਰਮਾਤਮਾ ਨੂੰ ਚੇਤੇ ਕਰੇਗਾ, ਜਾਪ ਸਾਹਿਬ ਕਰੇਗਾ, ਗੁਰੂ ਗੋਬਿੰਦ ਸਿੰਘ ਕਹਿੰਦੇ ਪ੍ਰਮਾਤਮਾ ਉਹਦੇ ਘਰ ਵਿੱਚ ਸ਼ਾਂਤੀ ਵਰਤਾ ਦੇਵੇਗਾ। ਨਮੋ ਸ਼ਾਂਤ ਰੂਪੇ। ਇਹ ਗੁਰੂ ਗੋਬਿੰਦ ਸਿੰਘ ਦੀ ਬਖਸ਼ਿਸ਼ ਵਰਤਦੀ ਹੈ ਇਸ ਬਾਣੀ ਦੇ ਅੰਦਰ। ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਦੇ ਪਾਵਨ ਪਵਿੱਤਰ ਮੁਖਵਾਕ ਦੀ ਵਿਚਾਰ ਨੂੰ ਇੱਥੇ ਸੰਕੋਚਦੇ ਹਾਂ। ਅਤੇ ਦਾਸ ਨੂੰ ਜੋ ਵਿਸ਼ੇਸ਼ ਤੌਰ ਤੇ ਹੁਕਮ ਹੋਇਆ ਸੀਗਾ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ, ਕਿਉਂਕਿ ਜਿੱਥੇ ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਦਿਵਸ ਸਮਾਗਮ, ਗੁਰਤਾ ਗੱਦੀ ਸਮਾਗਮ ਮਨਾਏ ਗਏ, ਉੱਥੇ ਮਹਾਰਾਜ ਦੀ ਕਿਰਪਾ ਦੇ ਨਾਲ ਉੱਥੇ ਖਾਲਸਾ ਪੰਥ ਬੁੱਢਾ ਦਲ ਦੀ ਸਥਾਪਨਾ ਦਾ ਉਹ ਦਿਨ ਵੀ ਮਨਾਇਆ ਗਿਆ, ਜਿਸ ਦਿਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਧੋ ਦਾਸ ਵੈਰਾਗੀ ਤੋਂ ਅੰਮ੍ਰਿਤ ਛਕਾ ਕੇ ਗੁਰਬਖਸ਼ ਸਿੰਘ ਬਣਾਇਆ ਅਤੇ ਪੰਜਾਬ ਦੀ ਧਰਤੀ ਤੇ ਭੇਜਣਾ ਚਾਹਿਆ। ਪੰਥ ਪ੍ਰਕਾਸ਼ ਦੇ ਬੋਲ ਨੇ ਬੰਦਾ ਸਿੰਘ ਬਹਾਦਰ ਨੇ ਕਿਹਾ, ਸੰਗ ਹਮਾਰੇ ਭੇਜੀਏ ਸਊ ਸਿੱਖੀ ਸਿੱਖਿਆ ਬਤਾਵੇ ਜਾਊ। ਮੇਰੇ ਨਾਲ ਉਹ ਸਿੰਘ ਭੇਜੋ ਜਿਹੜੇ ਬਾਣੀ ਬਾਣੇ ਦਾ ਪ੍ਰਚਾਰ ਕਰਨ। ਉਸ ਸਮੇਂ ਗੁਰੂ ਅੰਗਦ ਸਾਹਿਬ ਜੀ ਦੀ 7ਵੀਂ ਵੰਸ਼ ਸਿੰਘ ਸਾਹਿਬ ਬਾਬਾ ਵਿਨੋਦ ਸਿੰਘ ਜੀ ਨੂੰ ਅਤੇ ਹੋਰ 4 ਸਿੰਘ 5 ਪਿਆਰੇ ਦੇ ਰੂਪ ਵਿੱਚ ਸਥਾਪਿਤ ਕੀਤੇ ਤੇ ਮਹਾਰਾਜ ਨੇ ਬਾਬਾ ਵਿਨੋਦ ਸਿੰਘ ਨੂੰ ਉਹਨਾਂ ਦਾ ਮੁਖੀਆ ਸਿੰਘ ਸਥਾਪਿਤ ਕੀਤਾ। 25 ਸਿੰਘਾਂ ਦਾ ਜਥਾ ਨਿਸ਼ਾਨ ਸਾਹਿਬ ਨਗਾਰਾ ਸਾਹਿਬ ਦੇ ਕਰਕੇ ਸ਼ਸਤਰ ਦੇ ਕਰਕੇ ਬਚਨ ਕੀਤਾ ਵੀ ਪੰਜਾਬ ਦੀ ਧਰਤੀ ਤੇ ਜਾਓ, ਜ਼ੁਲਮ ਰਾਜ ਦੀਆਂ ਜੜ੍ਹਾਂ ਪੁੱਟ ਕੇ ਖਾਲਸਾ ਪੰਥ ਦੇ ਨਿਸ਼ਾਨ ਚਲਾਓ। ਜਿਸ ਤਰ੍ਹਾਂ ਮੈਂ ਵਿਚਰਦਾ ਸੀ ਉਸੇ ਤਰ੍ਹਾਂ ਜਾ ਕਰਕੇ ਬਾਣੀ ਅਤੇ ਬਾਣੇ ਦਾ ਪ੍ਰਚਾਰ ਕਰੋ। ਉਸ ਦਿਨ ਮਹਾਰਾਜ ਨੇ ਖਾਲਸਾ ਪੰਥ ਬੁੱਢਾ ਦਲ ਦੀ ਸਥਾਪਨਾ ਕਰਕੇ ਭੇਜਿਆ ਸੀ। ਉਹਨਾਂ ਦਾ ਦਿਨ ਹਜੂਰ ਸਾਹਿਬ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ। ਸੋ ਇਸ ਕਰਕੇ ਦਾਸ ਨੂੰ ਹੁਕਮ ਹੋਇਆ ਸੀਗਾ ਇਤਿਹਾਸ ਸਾਂਝਾ ਕਰਨ ਵਾਸਤੇ। ਇਸ ਲਈ ਆਪ ਸਾਰੀ ਸੰਗਤ ਨੇ ਅਰਦਾਸ ਕਰਨੀ ਹੈ ਕਿ ਜੋ ਆਪਾਂ ਸੁਣਿਆ ਸੁਣਾਇਆ ਆਪਾਂ ਆਪਣੇ ਜੀਵਨ ਵਿੱਚ ਕਮਾ ਸਕੀਏ। ਆਪ ਸਮੁੱਚੀ ਸੰਗਤ ਦਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ, ਜਿਨ੍ਹਾਂ ਆਪ ਸਭ ਸੰਗਤਾਂ ਦੇ ਚਰਨ ਪਰਸਨ ਵਾਸਤੇ ਇਹ ਘੜੀਆਂ ਬਖਸ਼ਿਸ਼ ਕੀਤੀਆਂ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਮਹੁ, ਬਿਨਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।